ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 26 ਜੂਨ 2015 12 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਕੁਝ ਅਹਿਮ ਘਟਨਾਵਾਂ ਨਾਲ। ਜੀ ਡਾਕਟਰ ਸਾਹਿਬ, ਅੱਜ ਅਸੀਂ ਅਹਿਮ ਘਟਨਾਵਾਂ ਵੱਲ ਜਾਣ ਦੀ ਬਜਾਏ ਇੱਕ ਉਸ ਇਸ਼ੂ ਨੂੰ ਟੈਕਲ ਕਰ ਰਹੇ ਹਾਂ ਜਿਹੜਾ ਪਿਛਲੇ ਕਈ ਦਿਨਾਂ ਤੋਂ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਬੌਦਰ ਕਰ ਰਿਹਾ। ਬਹੁਤ ਸਾਰੇ ਸੁਨੇਹੇ ਇਸ ਬਾਰੇ, ਈਮੇਲਸ, ਫੇਸਬੁੱਕ ਮੈਸੇजेस, ਫੋਨ ਕਾਲਸ ਵੀ ਆਈਆਂ ਕਿ ਇਹ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ, ਉਸ ਦੀ ਜਿਹੜੀ ਲਗਭਗ 9.5 ਮਿੰਟ ਦੀ ਵੀਡੀਓ ਉਸ ਦੀ ਚਰਚਾ ਸੀ ਜੀ। ਤੇ ਹੁਣ ਉਸ ਦੇ ਨਾਲ ਦਿੱਲੀ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀਕੇ, ਗ੍ਰੇਟਰ ਕੈਲਾਸ਼ ਜੀ, ਕੈਲਾਸ਼ ਪਰਬਤ ਤੇ ਸ਼ਿਵਜੀ ਹੁੰਦੇ ਨੇ, ਇਹ ਹੁਣ ਸ਼ਿਵਜੀ ਦੇ ਵੀ ਉੱਤੋਂ ਦੀ ਇੱਕ ਨਾਗ ਉੱਤੇ ਹੋਰ ਪਾਇਆ, ਸਿਰ ਦੇ ਉੱਤੇ ਲਟਕਾਇਆ। ਉਸ ਦੀ ਵੀ ਜਿਹੜੀ ਹੈ ਵੀਡੀਓ ਸਾਹਮਣੇ ਆਈ ਇੰਟਰਵਿਊ ਤੇ ਬੇਸਡ। ਔਰ ਜਦੋਂ ਤੁਸੀਂ ਇਸ ਸਾਰੇ ਦਾ ਟਾਈਮ ਫਰੇਮ ਦੇਖਦੇ ਹੋ ਔਰ ਇੱਕ ਮੁਹਿੰਮ ਕਿਵੇਂ ਏਜੰਸੀਆਂ ਵਿੱਢਦੀਆਂ ਨੇ ਔਰ ਕਿਵੇਂ ਪਹਿਲਾਂ ਜੀਕੇ ਨੇ ਇਸ ਆਪਣੇ ਜਮੂਰੇ ਰਾਹੀਂ ਇਹ ਚੈਲੰਜ ਕਰਵਾਇਆ ਖਾਲਿਸਤਾਨ ਦੇ ਬੇਸਿਕ ਕਾਨਸੈਪਟ ਨੂੰ, ਗੁਰਬਾਣੀ ਦਾ ਔਰ ਇਤਿਹਾਸ ਦਾ ਹਵਾਲਾ ਦੇ ਕੇ ਗਲਤ ਤਰੀਕੇ ਨਾਲ ਜੀ। ਤੇ ਫਿਰ ਮੇਰਾ ਖਿਆਲ ਹੈ ਵੀ ਉਸ ਦੁਮਛੱਲੇ ਦੇ ਉੱਤੇ ਬਾਹਰੋਂ ਇੰਨਾ ਕੁ ਜ਼ਿਆਦਾ ਜਿਹੜਾ ਉਹ ਇਸ ਦਾ ਉਹਨੂੰ ਕਰਾਰਾ ਜਵਾਬ ਮਿਲਿਆ ਕਿ ਟੋਰਾਂਟੋ ਤੋਂ ਇੱਕ ਵੀਰ ਦੱਸ ਰਿਹਾ ਸੀ ਕਿ ਵੀ ਹੁਣ ਤਾਂ ਉਹ ਜਦੋਂ ਉਹਨੂੰ ਕਾਲ ਕਰੋ ਅੱਗੋਂ ਧੜੀ ਧੜੀ ਦੀ ਗਾਲ ਕੱਢਦਾ ਤੇ ਉਹਨੂੰ ਕਹੀਦਾ ਕਿ ਇਹ ਗੁਰਮਤ ਹੈ ਜੀ, ਤੁਸੀਂ ਬੜੀਆਂ ਗੁਰਬਾਣੀ ਦੀਆਂ ਗੱਲਾਂ ਕਰਦੇ ਜਿਹੜੀ ਤੁਸੀਂ ਭਾਸ਼ਾ ਬੋਲ ਰਹੇ ਹੋ। ਸੋ ਮਤਲਬ ਇਹ ਹੈ ਕਿ ਵੀ ਉਹ ਫੋਨ ਚੁੱਕਦਾ ਨਹੀਂ, ਜੇ ਚੁੱਕੇ ਤੇ ਫਿਰ ਇਹੋ ਜਿਹਾ ਵਰਤਾਰ ਹੈ। ਫਿਰ ਉਹਨੇ ਜੀਕੇ ਨੂੰ ਕਿਹਾ ਹੋਣਾ ਕਿ ਮੈਨੂੰ ਤਾਂ ਮਰਵਾ ਛੋੜਿਆ ਤੂੰ, ਕਹਿੰਦੇ ਹੁਣ ਤੂੰ ਵੀ ਕੁਛ ਕਰ। ਤੇ ਫਿਰ ਉਸ ਦਾ ਵੀ ਆ ਗਿਆ। ਤੇ ਹੁਣ ਅਸੀਂ ਪਹਿਲੀ ਸਟੇਜ ਤੇ ਤਾਂ ਉਸ ਨੂੰ ਜਸਟ ਇੱਕ ਸਾਈਡ ਕਿੱਕ ਦੇ ਤੌਰ ਤੇ ਹੀ ਲਿਆ ਸੀ, ਲੇਕਿਨ ਹੁਣ ਸਾਨੂੰ ਜਿਹੜਾ ਸਾਡੇ ਦਰਸ਼ਕਾਂ ਵੱਲੋਂ, ਸਰੋਤਿਆਂ ਵੱਲੋਂ ਇਹ ਰਿਪੀਟਡ ਰਿਕੁਐਸਟ ਨੇ ਕਿ ਇੱਕ ਵਾਰ ਇਹ ਸਾਰੇ ਨੂੰ ਜਿਹੜਾ ਉਹ ਟਿਕਾਣੇ ਲਾਓ ਜੀ। ਸੋ ਮੈਂ ਕੁਦਰਤੀ ਕੱਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੈਂਚੀਆਂ ਤੋਂ ਪਾਠ ਕਰ ਰਿਹਾ ਸੀ ਤੇ ਇੱਕ ਗੱਲ ਵੱਲ ਮੇਰੀ ਨਜ਼ਰ ਗਈ। ਅੰਗ 1410 ਦੇ ਉੱਤੇ ਸ਼ਲੋਕ 12 ਤੇ ਵਧੇਕ ਨੇ ਜੀ। ਔਰ ਇਹ ਉਹ ਸ਼ਲੋਕ ਨੇ ਕਿਉਂਕਿ ਵੈਸੇ ਸ਼ਲੋਕ ਦੇ ਨਾਲ ਪੌੜੀ ਔਰ ਇਹ ਰਚਨਾ ਸਾਰੀ ਵਾਰ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੀ ਹੈ। ਸੋ ਜ਼ਾਹਰ ਹੈ ਕਿ ਇਹ ਸਾਰੇ ਚੋਂ ਜਿਹੜੇ ਸ਼ਲੋਕ 12 ਤੇ ਵਧੇਕ ਕਿ ਜਿਹੜੇ ਉਸ ਤੋਂ ਵਾਧੂ ਨੇ ਜਾਂ ਵਧੇ ਨੇ ਉਹ ਫਿਰ ਇਸ ਥਾਂ ਦੇ ਉੱਤੇ ਉਹਨਾਂ ਨੇ ਅੰਕਿਤ ਕੀਤੇ ਨੇ ਜੀ। ਔਰ ਉਹਨਾਂ ਚੋਂ ਇੱਕ ਸ਼ਲੋਕ ਅਕਸਰ ਜਿਹੜਾ ਹੈ ਉਹ ਬਹੁਤ ਫੇਵਰੇਟ ਹੈ ਸਭ ਦਾ, ਰਾਗੀ ਸਿੰਘਾਂ ਦਾ ਵੀ, ਔਰ ਕਿਸੇ ਵੀ ਸ਼ਹੀਦੀ ਸਮਾਗਮ ਹੋਏ ਜਾਂ ਚੜ੍ਹਦੀ ਕਲਾ ਦਾ ਸਮਾਗਮ ਹੋਏ ਉਸ ਦਾ ਗਾਇਨ ਕੀਤਾ ਜਾਂਦਾ ਹੈ। ਮੈਂ ਵੀ ਉਸ ਨੂੰ ਆਪਣੀਆਂ ਸਪੀਚਸ ਕੋਟ ਕਰਦਾ ਜੀ। ਉਹ ਸ਼ਲੋਕ ਨੰਬਰ 20 ਹੈ ਔਰ ਉਹ ਸ਼ਲੋਕ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਇਸ ਦੀ ਮੈਂ ਵਿਆਖਿਆ 'ਚ ਨਹੀਂ ਪਵਾਂਗਾ ਕਿਉਂਕਿ ਇਹ ਸਾਰੇ ਹੀ ਇਸ ਤੋਂ ਪਰਿਚਿਤ ਨੇ ਜੀ। ਪਰ ਜਿਹੜੀ ਗੱਲ ਪਹਿਲੀ ਵਾਰ ਮੈਨੂੰ ਸਟ੍ਰਾਈਕ ਕੀਤੀ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਜਿਸ ਕਿਸਮ ਦੀ ਡਿਬੇਟ ਅੱਜ ਕੱਲ ਇਹ ਆਪਣੇ ਆਪ ਨੂੰ ਧਨਾੜ ਸਿੱਖ ਕਹਿਣ ਵਾਲੇ ਕਰ ਰਹੇ ਨੇ ਜੀ, ਤੇ ਫਿਰ ਜ਼ਾਹਰ ਹੈ ਕਿ ਵੀ ਇਹ ਖਿਆਲ ਆ ਰਿਹਾ ਸੀ ਵੀ ਕਿੱਥੇ ਤਾਂ ਸਿੱਖੀ ਦਾ ਕਾਨਸੈਪਟ ਹੀ ਪ੍ਰੇਮ ਦੇ ਪੁਤਲੇ ਔਰ ਪ੍ਰੇਮ ਖੇਡਣ ਦੇ ਚਾਅ ਦੀ ਗੱਲ ਹੈ, ਸਿਰ ਨੂੰ ਤਲੀ ਤੇ ਰੱਖਣ ਦੀ ਗੱਲ ਹੈ, ਤੇ ਇਸ ਪ੍ਰੇਮ ਦੇ ਰਸਤੇ ਤੇ ਤੁਰਨਾ ਤੇ ਤੁਰ ਪੈਣਾ ਗੁਰੂ ਵੱਲ ਮੂੰਹ ਕਰਕੇ। ਇਸ ਦੇ ਵਿੱਚ ਧਨ ਜਾਂ ਪੈਸਾ ਜਾਂ ਸ਼ੌਹਰਤ ਜਾਂ ਦੂਜੇ ਦੀ ਤਾਂ ਕੋਈ ਥਾਂ ਹੀ ਨਹੀਂ ਜੀ। ਔਰ ਇਹ ਕਿਸ ਕਿਸਮ ਦੇ ਲੋਕ ਨੇ ਜਿਹੜੇ ਸਿੱਖੀ ਵੈਲਿਊਜ਼ ਨੂੰ, ਸਿੱਖੀ ਦੀ ਆਜ਼ਾਦ ਹਸਤੀ ਨੂੰ, ਮੀਰੀ ਪੀਰੀ ਦੇ ਕਾਨਸੈਪਟ ਨੂੰ ਜਿਹੜਾ ਉਹ ਧਨ ਦੇ ਨਾਲ ਜਾਂ ਵਪਾਰ ਬੜੇ ਚੰਗੇ ਤੇ ਦੂਸਰੇ ਬੜੇ ਚੰਗੇ ਉਹਦੇ ਨਾਲ ਤੋਲ ਰਹੇ ਨੇ। ਔਰ ਕੁਦਰਤੀ ਜਦੋਂ ਉਸ ਸ਼ਲੋਕ ਤੋਂ ਅਸੀਂ ਅਗਲਾ ਸ਼ਲੋਕ ਦੇਖਦੇ ਹਾਂ 21 ਨੰਬਰ ਸ਼ਲੋਕ ਜੀ, ਤੇ ਫਿਰ ਇਹ ਵੀ ਗੁਰੂ ਸਾਹਿਬ ਨੇ ਨਾਲ ਹੀ ਡਿਸਕ੍ਰਾਈਬ ਕਰ ਦਿੱਤਾ ਹੈ
ਕਿ ਇੱਕ ਸੋਚ ਤਾਂ ਇਹ ਹੋਏਗੀ ਹਮੇਸ਼ਾ ਹੀ, ਜਿਹੜੇ ਪ੍ਰੇਮ ਦੇ ਪੁਤਲੇ ਨੇ, ਜਿਹੜੇ ਗੁਰੂ ਦੇ ਰਸਤੇ ਤੇ ਤੁਰੇ ਨੇ, ਉਹਨਾਂ ਨੇ ਪਿੱਠ ਨਹੀਂ ਦਿਖਾਣੀ ਹੈ, ਉਹਨਾਂ ਨੇ ਪਿੱਛੇ ਨਹੀਂ ਹਟਣੇ। ਤੇ ਅਗਲਾ ਸ਼ਲੋਕ ਜਿਹੜਾ ਹੈ ਉਹ ਜ਼ਾਹਰ ਕਰਦਾ ਹੈ ਕਿ ਇੱਕ ਉਹ ਸੋਚ ਹੈ ਜਿਹੜੇ ਅੱਜ ਇਸ ਕਿਸਮ ਦੇ ਜਮੂਰੇ ਏਜੰਸੀਆਂ ਦੀ ਖੇਡ ਖੇਡਣ ਦੇ ਲਈ ਜਿਹੜੇ ਨੇ ਉਹ ਪੰਥਕ ਕਨਸੈਪਟ ਨੂੰ, ਮੀਰੀ ਪੀਰੀ ਦੇ ਕਨਸੈਪਟ ਨੂੰ, ਰਾਜ ਕਰੇਗਾ ਖਾਲਸਾ ਦੇ ਕਨਸੈਪਟ ਨੂੰ, ਖਾਲਿਸਤਾਨ ਦੀ ਹੋਂਦ ਨੂੰ ਹੀ ਜਿਹੜਾ ਹੈ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਨੇ। ਔਰ ਉਹ ਇਸ ਤੋਂ ਅਗਲਾ ਸ਼ਲੋਕ ਹੀ ਹੈ ਕਿ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ। ਜੀ ਹੁਣ ਇਹ ਨਾਲ ਹੀ ਸਪਸ਼ਟ ਹੋ ਗਿਆ ਔਰ ਮੈਂ ਆਪਣੇ ਆਪ 'ਚ ਜਿਹੜਾ ਬੜਾ ਇੱਕ ਇਸ ਦੇ ਨਾਲ ਇੱਕ ਗਿਆਨਵਾਨ ਮਹਿਸੂਸ ਕੀਤਾ ਆਪਣੇ ਆਪ ਨੂੰ ਗੁਰੂ ਦੀ ਉਸ ਮੱਤ ਨਾਲ, ਕਿ ਗੁਰੂ ਸਾਹਿਬ ਨੇ ਡਿਸਕ੍ਰਾਈਬ ਕੀਤਾ ਕਿ ਵੀ ਇਹ ਸਾਰੇ ਪ੍ਰੇਮ ਦੇ ਖਿਡਾਰੀ ਨਹੀਂ ਹੋਣੇ। ਇੱਕ ਉਹ ਨੇ, ਹੁਣ ਕਿਰਾੜ ਕਿਸੇ ਜ਼ਾਤ ਦਾ ਨਾਂ ਨਹੀਂ ਹੈ, ਕਿਸੇ ਤਬਕੇ ਦਾ ਨਾਂ ਨਹੀਂ ਹੈ, ਕਿਸੇ ਨੂੰ ਡੀਗ੍ਰੇਡ ਕਰਨ ਲਈ ਨਹੀਂ ਕਿਹਾ। ਔਰ ਜਦੋਂ ਤੁਸੀਂ ਪ੍ਰਿੰਸੀਪਲ ਸਾਹਿਬ ਸਿੰਘ ਜਾਂ ਦੂਸਰੇ ਟੀਕਾਕਾਰਾਂ ਦਾ ਵੀ ਦੇਖੋਗੇ ਤੇ ਉਹਨਾਂ ਨੇ ਇਸ ਨੂੰ ਮਾਇਆ ਦੀ ਬਿਰਤੀ ਵਾਲੇ ਕਿਹਾ। ਜੀ ਹਾਲਾਂਕਿ ਵੱਖਰੀ ਗੱਲ ਹੈ ਕਿ ਅੱਜ ਵੀ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੇ 'ਚ ਜਿਹੜਾ ਬਾਣੀਆ ਜਿਹੜਾ, ਕਿਉਂਕਿ ਇਹ ਸੂਦਖੋਰੀ ਦੇ ਨਾਲ ਜੁੜਿਆ ਹੋਇਆ ਸੀ, ਕਿਰਾੜ ਸੂਦਖੋਰ ਸਨ ਜੀ, ਔਰ ਇਹ ਇੱਕ ਨਫ਼ਰਤ ਦਾ ਸ਼ਬਦ ਸੀ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ। ਪਰ ਗੁਰੂ ਸਾਹਿਬਾਨ ਨੇ ਇਸ ਨੂੰ ਮਾਇਕ ਬਿਰਤੀ ਲੋਕਾਂ ਦੇ ਨਾਲ ਜੋੜ ਕੇ ਕਿ ਭਾਈ ਇਹ ਨਾਲ ਕਿਰਾੜਾ ਦੋਸਤੀ, ਕਿ ਜਿਸ ਦੀ ਬਿਰਤੀ ਦੇ ਵਿੱਚ ਪੈਸਾ ਹੈ, ਜਿਹਦੇ ਲਈ 2 ਦੂਣੀ 4 ਤੇ ਅੱਗੋਂ ਉਹੀ ਗਿਣਤੀ ਸ਼ੁਰੂ ਹੁੰਦੀ ਹੈ, ਉਹ ਹਿਸਾਬਾਂ ਕਿਤਾਬਾਂ 'ਚ ਪੈਂਦਾ ਹੈ, ਉਹ ਪ੍ਰੇਮ ਦੀ ਖੇਡ ਨੂੰ ਸਮਝ ਨਹੀਂ ਸਕਦਾ, ਉਸ ਦੇ ਲਈ ਇਹ ਹੈ ਹੀ ਨਹੀਂ, ਉਸ ਦਾ ਤਾਂ ਦਾਇਰਾਕਾਰ ਹੀ ਉਹ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਈਵਨ ਇਹੋ ਜਿਹੇ ਲੋਕਾਂ ਦੇ ਨਾਲ ਜਿਹੜੇ ਕਿਰਾੜ ਬਿਰਤੀ ਨੇ, ਜਿਹੜੇ ਧਨ ਦੇ ਲੋਭੀ ਲੋਕ ਨੇ ਜਾਂ ਧਨ ਨਾਲ ਜੁੜੇ ਹੋਏ ਨੇ, ਜਿਹੜੀ ਦੋਸਤੀ ਪਾਣਾ ਹੈ, ਉਹਨਾਂ ਦੇ ਨਾਲ ਸੰਗਤ ਕਰਨਾ ਜਾਂ ਉਹਨਾਂ ਨੂੰ ਆਪਣਾ ਹਿੱਤੂ ਸਮਝਣਾ, ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ, ਕਿ ਇਹ ਬੇਸਿਕ ਜਿਹੜਾ ਉਹਦੇ ਨਾਲ ਜੁੜਨਾ ਹੀ ਕੂੜ ਹੈ ਔਰ ਇਹ ਅਲਟੀਮੇਟਲੀ ਉਸ ਚੋਂ ਕੂੜ ਹੀ ਨਿਕਲੇਗਾ। ਉਹਦਾ ਰੀਜ਼ਨ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੂੰ ਮੌਤ ਦੀ ਸਮਝ ਆਈ ਹੋਈ ਹੈ ਕਿ ਗੁਰੂ ਦੇ ਚਰਨਾਂ 'ਚ ਸਿਰ ਧਰ ਦੇਣਾ ਤੇ ਇਸ ਤੋਂ ਵੱਧ ਕੇ ਹੋਰ ਗੁਰੂ ਦੀ ਖੁਸ਼ੀ ਕਿਵੇਂ ਮਿਲ ਸਕਦੀ ਹੈ, ਤੇ ਇਧਰ ਉਹ ਨੇ ਜਿਹੜੇ ਮਰਨਾ ਨਹੀਂ ਚਾਹੁੰਦੇ, ਜਿਹੜੇ ਗਿਣਤੀਆਂ ਪੈਸੇ ਦੇ ਨਾਲ ਕਰਦੇ ਨੇ। ਤੇ ਨਾਲ ਹੀ ਫਰਮਾਇਆ ਮਰਨ ਨਾ ਜਾਪੇ ਮੂਲਿਆ। ਹੁਣ ਹਾਲਾਂ ਇਹਨਾਂ ਨੂੰ ਭਾਈ ਮੂਲਾ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕ ਸਿੱਖ ਹੋਏ ਜਿਹੜੇ ਪਹਿਲਾਂ ਨੇੜੇ ਆਏ, ਫਿਰ ਮਾਇਆ ਦੇ ਲੋਭ ਕਰਕੇ ਜਾਂ ਘਰ ਦੇ ਪ੍ਰਭਾਵ ਕਰਕੇ ਦੂਰ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਪਰ ਅਸੀਂ ਉਸ ਨੂੰ ਪ੍ਰਸੰਗਕ ਜੇ ਨਾ ਵੀ ਲਈਏ ਤੇ ਵੀ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਮਰਨਾ ਚੇਤਾ ਹੀ ਨਹੀਂ ਹੈ ਔਰ ਇਹ ਭੁੱਲ ਜਾਂਦੇ ਨੇ ਇਸ ਕਿਸਮ ਦੇ ਕਿ ਜਿਹੜੀ ਮੌਤ ਨੂੰ ਉਹ ਸਮਝਦੇ ਨੇ ਨਹੀਂ ਆਣਾ, ਉਹ ਆਵੇ ਕਿਤੇ ਥਾਏ, ਉਹਨੇ ਪਤਾ ਨਹੀਂ ਕਿੱਥੇ ਆ ਜਾਣਾ। ਸੋ ਮੈਂ ਸਮਝਦਾ ਵੀ ਇਸ ਡਿਸਕਸ਼ਨ 'ਚ ਜਾਣ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਸੀ ਕਿ ਗੁਰਬਾਣੀ ਦੇ ਮੁਤਾਬਕ ਇਹ ਕਨਸੈਪਟ ਕਲੀਅਰ ਹੁੰਦਾ ਸਾਨੂੰ ਕਿ ਭਾਈ ਅਸੀਂ ਇੱਕ ਪਾਸੇ ਉਹ ਨੇ, ਪਿਛਲੇ 3 ਦਹਾਕਿਆਂ ਦੇ ਵਿੱਚ ਅਸੀਂ ਬੀਤੇ ਇਤਿਹਾਸ ਦੀ ਗੱਲ ਨਾ ਕਰੀਏ ਕਿਉਂਕਿ ਅੱਜ ਕੱਲ ਹਮਲਾ ਸਿੱਧਾ ਖਾਲਿਸਤਾਨ ਦੀ ਸੋਚ ਤੇ ਹੈ, ਤੇ ਫਿਰ ਅਸੀਂ ਜੂਨ 84 ਦੇ ਨਾਲ ਉਸ ਨੂੰ ਜੋੜ ਕੇ ਫਿਰ ਅੱਗੇ ਗੱਲ ਤੋਰੀਏ। ਇੱਕ ਪਾਸੇ ਤਾਂ ਉਹ ਨੇ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਸੁਣਿਆ ਕਿ ਅਕਾਲ ਤਖਤ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਹੈ, ਹਰਮੰਦਰ ਸਾਹਿਬ ਤੇ ਗੋਲੀਆਂ ਲੱਗੀਆਂ ਨੇ ਜੀ। ਉਹਨਾਂ ਨੇ ਭੈਣ ਨਹੀਂ ਦੇਖੇ, ਭਰਾ ਨਹੀਂ ਦੇਖਿਆ, ਪਤਨੀ ਨਹੀਂ ਦੇਖੀ, ਬੱਚੇ ਨਹੀਂ ਦੇਖੇ, ਘਰ ਛੱਡ ਕੇ ਤੁਰ ਪਏ ਸੁਣ ਕੇ ਸੱਦ ਮਾਹੀ ਦਾ ਸੱਦ, ਉਹ ਪੀੜ, ਉਹ ਦਰਦ ਉਸ ਅਕਾਲ ਤਖਤ ਦੀ ਅਜ਼ਮਤ ਦਾ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਬਾਣੀ ਰਾਹੀਂ ਇਹ ਗੱਲ ਜਿਹੜੀ ਹੈ ਸਮਝਾਈ ਹੋਈ ਸੀ ਜਾਂ ਸਮਝਾ ਦਿੱਤੀ ਕਿ ਭਾਈ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਜੀ, ਕਿ ਜਿਹੜੇ ਪੱਤ ਲੁਹਾ ਕੇ ਜਿਉਂਦੇ ਨੇ ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ, ਉਹ ਕਿਰਾੜ ਨਹੀਂ ਨੇ ਜੀ। ਉਹਨਾਂ ਨੇ ਗਿਣਤੀ ਨਹੀਂ ਕਰਨੀ ਹੈ ਕਿ ਭਾਈ ਕੀ ਨਿਕਲੇਗਾ, ਮਰ ਗਏ ਫਿਰ ਕੀ ਹੋਏਗਾ, ਉਹਦਾ ਕੀ ਵਟਿਆ ਜਾਏਗਾ। ਤੇ ਇਹ ਜਿਹੜੀ ਕਿਰਾੜ ਬਿਰਤੀ ਹੈ ਇਹ ਤਾਂ ਸਿਲਾ ਚੁਗਣ 'ਚ ਯਕੀਨ ਰੱਖਦੇ ਨੇ, ਸਿਲਾ ਤਨਖਾਹ ਨੂੰ ਕਹਿੰਦੇ ਨੇ, ਤਾਂ ਹਰ ਚੀਜ਼ 'ਚੋਂ ਦੇਖਣਗੇ ਕਿ ਵੀ ਇਸ 'ਚੋਂ ਕੀ ਨਿਕਲਣਾ, ਇਸ 'ਚੋਂ
ਕਿੰਨਾ ਜਿਹੜਾ ਉਹ ਵਪਾਰਕ ਤੌਰ ਤੇ ਕੀ ਮਾਲ ਇਹਦੇ ਚੋਂ ਅਸੀਂ ਕੱਢ ਸਕਦੇ। ਸੋ ਇਹ ਜ਼ਾਹਰ ਹੈ ਕਿ ਇਹ ਮੁੱਢਲੀ ਗੱਲ ਜਿਹੜੀ ਇਸ ਗੱਲ ਦੇ ਨਾਲ ਜੁੜੀ ਕਿ ਜੂਨ 84 ਨੇ ਔਰ ਹੈਰਾਨੀ ਹੈ ਕਿ ਇਸ ਕਿਸਮ ਦੇ ਬੰਦੇ ਇਹ ਦੋਨੋਂ ਹੀ ਜਮੂਰੇ ਮਨਜੀਤ ਸਿੰਘ ਜੀ ਕੇ ਉਹ ਜਿਵੇਂ ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਹੁਣ ਇਹ ਜੀਕੇ ਜਿਹੜਾ ਅੱਜ ਕੱਲ ਇਹ ਏਜੰਸੀਆਂ ਨੇ ਫਿੱਟ ਕੀਤਾ ਹੋਇਆ, ਔਰ ਤੁਸੀਂ ਜੇ ਇਹਦਾ ਪਾਰਟ ਦੇਖੋ ਕਿ ਬਾਹਰ ਆਇਆ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਹਵਾਲੇ ਨਾਲ, ਜੀ ਅਸੀਂ ਉਹਨਾਂ ਤੋਂ ਲੈ ਲੈਣੇ ਨੇ, ਉਹ ਤੇ ਫਲਾਣੇ ਦੀ ਪ੍ਰਾਪਰਟੀ ਹੈ, ਇੱਧਰ ਹੈ ਉੱਧਰ ਹੈ। ਹੁਣ ਖਾਲਿਸਤਾਨ ਬਾਰੇ ਸਿੱਧਾ ਜਿਹੜਾ ਉਹ ਸਾਹਮਣੇ ਆ ਗਿਆ। ਹੁਣ ਇਹ ਜਿਹੜਾ ਹੈ ਇਹਨਾਂ ਦੀ ਇਹ ਟਾਸਕ ਹੈ, ਇਹ ਉਹ ਕਲਾਸ ਹੈ ਜਿਨ੍ਹਾਂ ਦੀ ਬ੍ਰੈਡ ਐਂਡ ਬਟਰ ਜਾਂ ਜਿਨ੍ਹਾਂ ਦੀ ਹੋਂਦ ਜਾਂ ਜਿਨ੍ਹਾਂ ਦੀ ਵੈਰੀ ਐਗਜ਼ਿਸਟੈਂਸ ਇਸ ਚੋਂ ਨਿਕਲਦੀ ਹੈ। ਜੋ ਕੁਝ ਉਹ ਹੁਣ ਕਰ ਰਹੇ ਨੇ, ਉਹ ਆਪਣੇ ਮਾਲਕਾਂ ਦਾ ਜਿਹੜਾ ਲੂਣ ਹੈ ਉਹ ਹਲਾਲ ਕਰ ਰਹੇ ਨੇ। ਤੇ ਇੱਧਰ ਉਹ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਹੋਈ ਹੈ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਹੁਣ ਇਹ ਜਿਹੜੇ ਬੇਪਤ ਹੋ ਕੇ ਜਿਉਣ ਵਾਲੀ ਕਲਾਸ ਹੈ ਜਿਨ੍ਹਾਂ ਨੂੰ, ਔਰ ਇਹਨਾਂ ਸਾਰਿਆਂ ਨੇ ਪਿਛਲੇ 30 ਸਾਲ 'ਚ ਕੀ ਵਾਪਰਿਆ ਇਹਦੇ ਤੇ ਇੱਕ ਵੀ ਕਮੈਂਟ ਨਹੀਂ ਹੈ। ਉਹ ਜਿਹੜਾ ਜਮੂਰਾ ਬੋਲ ਰਿਹਾ ਹੈ ਉਹ 500 ਸਾਲ ਪਹਿਲਾਂ ਦੀਆਂ ਗੱਲਾਂ ਕਰ ਰਿਹਾ। ਉਹਨੂੰ ਇਹ ਨਜ਼ਰ ਨਹੀਂ ਆਇਆ ਕਿ ਪੰਜਾਬ ਦੇ ਵਿੱਚ ਜੂਨ 84 'ਚ ਕੀ ਹੋਇਆ। ਜਿਸ ਦਿੱਲੀ ਸ਼ਹਿਰ 'ਚ ਬੈਠਾ ਉਹ ਔਰ ਇਹ ਜੀਕੇ ਬੈਠਾ ਨਵੰਬਰ 84 'ਚ ਨਾਦਰ ਸ਼ਾਹ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਕਤਲੇਆਮ ਹੋਇਆ ਉਹ ਦਿੱਲੀ ਦੇ ਵਿੱਚ ਸਿੱਖਾਂ ਦਾ ਹੋਇਆ ਨਵੰਬਰ 84। ਭਾਰਤ ਭਰ 'ਚ ਹੋਇਆ, ਪਰ ਇਹ ਦਿੱਲੀ ਦੇ ਵਫਾਦਾਰ ਜਾਂ ਇਹਨਾਂ ਨੂੰ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਦਿੱਲੀ ਦਰਬਾਰ ਦੇ ਭੌਂਕੇ ਜੀ ਇਹਨਾਂ ਨੂੰ ਦਿੱਲੀ ਯਾਦ ਕਰਵਾ ਦਈਏ। ਔਰ ਮੈਨੂੰ ਜਦੋਂ ਇਹ ਦੋਨਾਂ ਨੂੰ ਮੈਂ ਦੇਖਿਆ, ਔਰ ਕੱਲ ਵੌਇਸ ਆਫ ਖਾਲਸਾ ਤੇ ਵੀ ਮੈਂ ਇਹ ਕਮੈਂਟ ਕੀਤਾ ਸੀ, ਇਸ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਸਪੀਚ ਟੋਰਾਂਟੋ ਦੇ ਵਿੱਚ ਕੀਤੀ, ਉਹਦੇ ਵਿੱਚ ਮੈਂ ਵੀ ਉਹਨਾਂ ਦੇ ਨਾਲ ਜਿਹੜਾ ਉਹ ਫੈਲੋ ਸਪੀਕਰ ਸੀ ਉਸ ਡਿਕਸੀ ਗੁਰੂ ਘਰ ਦੇ ਦੀਵਾਨ 'ਚ, ਉਹਦੇ 'ਚ ਉਹਨਾਂ ਨੇ ਕੋਟ ਕੀਤੀ ਸੀ। ਔਰ ਉਹਨਾਂ ਨੇ ਕਿਹਾ ਵੀ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਜਦੋਂ ਧਾਵਾ ਬੋਲਿਆ, ਉਹਨੇ ਤਖਤ ਤਾਊਸ ਲੈ ਲਿਆ, ਕੋਹੇ ਨੂਰ ਲੈ ਲਿਆ, ਔਰ ਕਿਤੇ ਕੋਈ ਸੋਲਜਰਸ ਦਾ ਕਤਲ ਹੋ ਗਿਆ। ਉਹਨੇ ਕਿਹਾ ਵੀ ਉਹਨੇ ਤਲਵਾਰ ਜਿਹੜੀ ਆ ਉਹ ਕੱਢ ਲਈ ਤੇ ਫਿਰ ਕਤਲੇਆਮ ਦਾ ਆਰਡਰ ਦਿੱਤਾ। ਦਿੱਲੀ ਦੇ ਵਿੱਚ ਜਿਹੜਾ ਉਹ ਸਾਰੀ ਦਿੱਲੀ ਉਹਨਾਂ ਬੇਗੁਨਾਹ ਦੇ ਖੂਨ ਨਾਲ ਲਾਲ ਹੋ ਗਈ ਜੀ। ਔਰ ਸਵੇਰ ਤੋਂ ਰਾਤ ਤੱਕ ਜਦੋਂ ਤੱਕ ਉਹਦਾ ਉਹ ਸਾਈਨ ਉਹਨੇ ਆਪਣਾ ਬਦਲਿਆ ਨਹੀਂ ਨਾਦਰ ਸ਼ਾਹ ਨੇ, ਕਤਲੇਆਮ ਹੁੰਦਾ ਰਿਹਾ। ਔਰ ਅਗਲੇ ਦਿਨ ਦਰਬਾਰ ਲੱਗਣਾ ਸੀ। ਉਹ ਆਪਣਾ ਜਿਹੜਾ ਵੀ ਐਡਵਾਈਜ਼ਰ ਸੀ ਉਹਨੂੰ ਕਹਿਣ ਲੱਗਿਆ ਕਿ ਵੀ ਦਰਬਾਰ ਤੇ ਨਹੀਂ ਇਹ ਲੱਗੇਗਾ, ਅੱਜ ਜੋ ਕੁਝ ਹੋਇਆ। ਉਹਨੇ ਕਿਹਾ ਨਹੀਂ, ਇਹ ਤੁਸੀਂ ਦੇਖੋਗੇ, ਕੱਲ ਦੇਖਣਾ ਤੁਸੀਂ ਜੀ। ਔਰ ਅਗਲੇ ਦਿਨ ਜਦੋਂ ਉਹੀ ਸ਼ਹਿਰ ਦੇ ਜਿਹੜੇ ਰਈਸ, ਧਨਾੜ, ਬਾਣੀਏ, ਇਸ ਕਿਸਮ ਦੀ ਜੀਕੇ ਬ੍ਰਾਂਡ ਲੋਕ ਵੱਡੇ ਵੱਡੇ ਥਾਲ, ਕੋਈ ਮੋਤੀਆਂ ਦੇ ਭਰੇ ਹੋਏ ਨੇ, ਕੋਈ ਹੀਰਿਆਂ ਦੇ ਨੇ, ਕੋਈ ਜਵਾਹਰਾਤਾਂ ਦੇ ਨੇ, ਉਹ ਲੈ ਕੇ ਨਾਦਰ ਸ਼ਾਹ ਦੇ ਉਸ ਦਰਬਾਰ 'ਚ ਹਾਜ਼ਰ ਹੋਏ ਜੀ। ਔਰ ਉਹਦੇ 'ਚੋਂ ਉਹਨਾਂ ਨੇ ਕਿਹਾ ਕਿ ਹਜ਼ੂਰ ਅੱਜ ਦਿੱਲੀ ਇੰਨੀ ਖੂਬਸੂਰਤ ਲੱਗ ਰਹੀ ਹੈ, ਚਾਰ ਚਫੇਰੇ ਲਾਲ ਖੂਬਸੂਰਤੀ ਹੈ ਕਿ ਜਿਵੇਂ ਹਜ਼ੂਰ ਨੇ ਪਾਨ ਖਾ ਕੇ ਪੀਕ ਸੁੱਟੀ ਹੋਏ ਜੀ। ਤੇ ਉਹਨੇ ਵਜ਼ੀਰ ਨੇ ਉਹਨੂੰ ਸ਼ਾਮ ਨੂੰ ਕਿਹਾ, ਦੇਖ ਲੈ ਵੀ ਇਹਨਾਂ ਨੂੰ ਜਿੰਨਾ ਮਾਰੋ ਇਹ ਉਨਾ ਹੀ ਲਿਫਦੇ ਨੇ ਤੇ ਉਨਾ ਹੀ ਜ਼ਿਆਦਾ ਦੇਣਗੇ। ਇਹ ਇਹਨਾਂ ਦਾ ਕਰੈਕਟਰ ਹੈ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਇਸ ਵਪਾਰੀ ਕਲਾਸ ਦੀ ਮੈਂ ਗੱਲ ਕਰ ਰਹੇ ਹਾਂ। ਜੋ ਤੋ ਪ੍ਰੇਮ ਖੇਲਣ ਕਾ ਚਾਅ ਵਾਲੇ ਨਹੀਂ, ਉਸ ਪ੍ਰੇਮ ਖੇਲਣ ਕਾ ਚਾਅ ਵਾਲੇ ਹੀ ਭਾਈ ਲੱਖੀ ਸ਼ਾਹ ਵਣਜਾਰਾ ਵਰਗੇ ਸੀ, ਜਿਨ੍ਹਾਂ ਨੇ ਆਪਣਾ ਪਰਿਵਾਰ ਵੀ ਜਿਹੜਾ ਨੁਕਸਾਨ ਕਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਸੀ ਜੀ। ਸੋ ਉਹ ਇੱਕ ਵੱਖਰਾ ਵਿਸ਼ਾ ਹੈ। ਇਹ ਇਸ ਮੈਂ ਕਿਰਾੜ ਬਿਰਤੀ ਦੀ ਗੱਲ ਕਰ ਰਹੇ ਹਾਂ, ਜਿਹੜੇ ਕਿ ਇਸ ਗਿਣਤੀ ਦੇ ਨਾਲ ਔਰ ਇਸ ਮਿਣਤੀ ਦੇ ਨਾਲ ਇਸ ਕਨਸੈਪਟ ਨੂੰ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਨੇ, ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਨਾਦਰ ਸ਼ਾਹ ਦੇ ਸਾਹਮਣੇ ਇਸ ਸੋਚ ਚੋਂ ਜ਼ਾਹਰ ਹੁੰਦੇ ਜੀ। ਹੁਣ ਮੈਂ ਇਸ ਪਾਰਟ ਨੂੰ ਜ਼ਰੂਰ ਲੈਣਾ ਚਾਹੁੰਦਾ ਹਾਂ ਜਿਹਦੇ ਥੱਲੇ ਕਿ ਬੇਸਿਕਲੀ ਉਹਨੇ ਕੁਝ ਨੁਕਤੇ ਉਠਾਏ ਨੇ, ਔਰ ਜੇ ਅਸੀਂ ਉਹਨਾਂ ਨੂੰ 1 ਬਾਈ 1 ਵੀ ਲੈਂਦੇ ਹਾਂ ਤੇ ਜਿੰਨਾ ਵੀ ਬਰੀਫ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਇਸ ਨੂੰ ਇਸ ਸੈਗਮੈਂਟ ਦੇ ਵਿੱਚ ਸਮ ਅਪ ਕੀਤਾ ਜਾਏ ਜੀ। ਉਹਨੇ ਮੁੱਢਲੇ ਤੌਰ ਤੇ ਕਿਹਾ ਜੀ ਕਿ ਖਾਲਿਸਤਾਨ ਦੀ ਸੋਚ ਸਿੱਖ ਗੁਰੂਆਂ ਦੀ ਸੋਚ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਹੀ ਨਹੀਂ ਹੈ, ਉਸ ਦੇ ਖਿਲਾਫ। ਹੁਣ ਜੇ ਕੋਈ ਇਸ ਕਿਸਮ ਦੇ ਬੰਦੇ ਨੂੰ ਪੁੱਛੇ ਕਿ ਗੁਰਬਾਣੀ ਤਾਂ ਤੁਹਾਨੂੰ ਅਣਖ ਨਾਲ ਜਿਉਣ ਦੀ ਗੱਲ ਸਿਖਾਉਂਦੀ ਹੈ, ਗੁਰਬਾਣੀ ਤਾਂ ਯਾਦ ਕਰਵਾਉਂਦੀ ਹੈ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ।
ਗੁਰਬਾਣੀ ਤਾਂ ਇਹ ਯਾਦ ਕਰਵਾਉਂਦੀ ਹੈ ਕਿ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਜਿਹਦੀ ਸਰਕਾਰ ਹੁੰਦੀ ਹੈ ਉਹਦਾ ਸਭ ਕੁਝ ਚੱਲਦਾ ਹੈ, ਉਹਨਾਂ ਦਾ ਕਲਚਰ ਹੁੰਦਾ ਹੈ। ਬਾਣੀ ਤਾਂ ਯਾਦ ਕਰਵਾਉਂਦੀ ਹੈ ਕਿ ਜਦੋਂ ਦੂਸਰਿਆਂ ਦੀ ਪਾਵਰ 'ਚ ਤੁਸੀਂ ਰਹਿੰਦੇ ਹੋ ਤੇ ਫਿਰ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਜ਼ਬਾਨ ਵੀ ਤੁਸੀਂ ਉਹਨਾਂ ਦੀ ਵਰਤਦੇ ਹੋ। ਗੁਰਬਾਣੀ ਤਾਂ ਤੁਹਾਨੂੰ ਯਾਦ ਕਰਾਉਂਦੀ ਹੈ ਕਿ ਵੀ ਗੁਲਾਮੀ ਦੇ ਚਿੰਨ੍ਹ ਇਹ ਹੁੰਦੇ ਨੇ, ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪੁਰਾਣ। ਗੁਰਬਾਣੀ ਤਾਂ ਤੁਹਾਨੂੰ ਯਾਦ ਕਰਾਉਂਦੀ ਹੈ ਕਿ ਫਿਰ ਤੁਹਾਡੀ ਖੁਰਾਕ ਵੀ ਬਦਲ ਜਾਂਦੀ ਹੈ, ਭਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਹੁਣ ਇਹਨਾਂ ਸਾਰਿਆਂ ਨੂੰ ਅਸੀਂ ਜਦੋਂ ਇੱਕ ਇਸ ਸੋਚ ਦੇ ਨਾਲ ਜੋੜ ਕੇ ਦੇਖਦੇ ਹਾਂ ਕਿ ਗੁਰਬਾਣੀ ਦਾ ਮੁੱਢਲਾ ਮੈਸੇਜ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਨਾ ਡਰ ਦੇਣਾ ਤੇ ਨਾ ਡਰ ਦੇ ਵਿੱਚ ਰਹਿਣਾ, ਨਾ ਡਰ ਮੰਨਣਾ ਜੀ। ਹੁਣ ਜਦੋਂ ਅਸੀਂ ਇੱਕ ਪੋਲੀਟੀਕਲ ਸਬਜੂਗੇਸ਼ਨ ਦੀ ਗੱਲ ਕਰਦੇ ਹਾਂ, ਸਿਆਸੀ ਗੁਲਾਮੀ ਦੀ ਗੱਲ ਕਰਦੇ ਹਾਂ, ਤੇ ਉਹ ਸਿਸਟਮ ਹੈ ਜਿੱਥੇ ਤੁਹਾਨੂੰ ਡਰ ਦੇ ਵਿੱਚ ਨਹੀਂ, ਤੁਹਾਡੀ ਤਾਂ ਨਸਲਕੁਸ਼ੀ ਤੋਂ ਬਾਅਦ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਕੀਤੀ ਗਈ। ਔਰ ਜਿਹੜੇ ਲੋਕ ਇਹ ਕਹਿੰਦੇ, ਇਸ ਕਿਸਮ ਦਾ ਕਲੇਮ ਕਰਦੇ ਨੇ ਕਿ ਜੀ ਅਸੀਂ ਤਾਂ ਬਹੁਤ ਖੁਸ਼ ਹਾਂ ਜੀ ਇਸ ਦੇਸ਼ 'ਚ, ਸਾਨੂੰ ਕੌਣ ਰੋਕਦਾ ਹੈ, ਅਸੀਂ ਕਿੰਨੇ ਅਮੀਰ ਹਾਂ ਜੀ, ਆਪਣੀ ਸਿੱਖੀ ਦੀ ਪ੍ਰਤਿਪਾਲਨਾ ਕਰਦੇ ਹਾਂ, ਆਪਣੇ ਧਰਮ ਦੀ ਪ੍ਰਤਿਪਾਲਨਾ ਕਰਦੇ ਹਾਂ। ਉਹ ਤੁਹਾਡੇ ਨੂੰ ਉਸ ਦੇਸ਼ ਦੇ ਸੰਵਿਧਾਨ ਦੇ ਵਿੱਚ ਹੀ ਸਿੱਖ ਨਹੀਂ ਮੰਨਿਆ ਹੋਇਆ, ਕਿਹੜੇ ਧਰਮ ਦੀ ਤੁਸੀਂ ਪ੍ਰਤਿਪਾਲਨਾ ਕਰਦੇ ਹੋ? ਬਿਲਕੁਲ। ਜਿਸ ਦੇਸ਼ ਦੇ ਸੰਵਿਧਾਨ ਦਾ ਆਰਟੀਕਲ 25 ਤੁਹਾਨੂੰ ਹਿੰਦੂ ਬਣਾਉਂਦਾ ਹੈ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜੇ ਤੁਸੀਂ ਆਪਣੇ ਦੇਸ਼ ਦੇ ਉਸ ਦੇਸ਼ ਦੇ ਵਿੱਚ ਜਿਹੜਾ ਉਹਨੂੰ ਪ੍ਰੈਕਟਿਸ ਕਰਦੇ ਹੋ? ਫਿਰ ਇੱਕ ਕਦਮ ਅੱਗੇ ਜਾਂਦੇ ਆ, ਇਸ ਜਿਹੜਾ ਬੰਦਾ ਆਪਣੇ ਆਪ ਨੂੰ ਗੁਰਬਾਣੀ ਦਾ ਵਿਦਵਾਨ ਸਾਬਤ ਕਰਕੇ ਗੁਰਬਾਣੀ ਆਧਾਰਿਤ ਗੱਲ ਕਰਨਾ ਚਾਹੁੰਦਾ ਹੈ, ਹੁਣ ਇਹ ਇਸ ਗੱਲ ਤੇ ਆ ਜਾਂਦਾ ਹੈ ਕਿ ਜੀ ਗੁਰੂ ਨਾਨਕ ਸਾਹਿਬ ਨੇ ਬਾਬਰ ਬਾਣੀ ਦੇ ਵਿੱਚ ਹਿੰਦੁਸਤਾਨ ਸ਼ਬਦ ਇਸਤੇਮਾਲ ਕੀਤੇ। ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਾਣੀ ਬਾਬਰ ਬਾਣੀ ਨਾਂ ਦੀ ਨਹੀਂ ਹੈ। ਪਹਿਲਾਂ ਤਾਂ ਇਸ ਤੋਂ ਹੀ ਅੰਦਾਜ਼ਾ ਲਾਓ ਵੀ ਇਸ ਬੰਦੇ ਦਾ ਕਿਸ ਲੈਵਲ ਦਾ ਇੰਟੈਲੈਕਟ ਹੈ ਜੀ। ਗੁਰੂ ਨਾਨਕ ਸਾਹਿਬ ਦੇ ਬਾਬਰ ਦੇ ਹਮਲੇ ਨੂੰ ਲੈ ਕੇ ਸ਼ਬਦ ਨੇ ਤਿਲੰਗ ਰਾਗ ਦੇ ਵਿੱਚ ਨੇ, ਆਸਾ ਰਾਗ ਦੇ ਵਿੱਚ ਨੇ, ਔਰ ਉਸ ਇੱਕ ਸ਼ਬਦ ਦੇ ਵਿੱਚ ਇੱਕ ਤੁਕ ਹੈ ਬਾਬਰ ਦੀ ਫੌਜ ਦੇ ਜ਼ੁਲਮਾਂ ਦੀ ਗੱਲ ਕਰਦੇ ਆ ਕਿ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਕਿ ਵੀ 4 ਚਫੇਰੇ ਹੁਕਮ ਚੱਲ ਰਿਹਾ ਔਰ ਕਿਸੇ ਨੂੰ ਜਿਹੜਾ ਰੋਟੀ ਖਾਣੀ, ਕੋਇਰ ਪ੍ਰਿੰਸੈਸ ਨੂੰ ਵੀ ਕਹੇ, ਪਠਾਨ ਜਿਹੜੇ ਸੀ ਰੂਲਰ, ਉਹਨਾਂ ਨੂੰ ਰੋਟੀ ਖਾਣੀ ਵੀ ਨਸੀਬ ਨਹੀਂ। ਹੁਣ ਇਹ ਕਹਿ ਰਿਹਾ ਜੀ ਬਾਬਰ ਬਾਣੀ ਜਿਹੜੀ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ। ਸੋ ਮੁੱਢਲੇ ਤੌਰ ਤੇ ਪਹਿਲੀ ਗੱਲ ਹੀ ਜਿਹਨੂੰ ਕਹਿੰਦੇ ਨੇ ਕਿ ਵੀ ਇਹੀ ਰੋਂਗ ਤੋਂ ਗੱਲ ਸ਼ੁਰੂ ਹੁੰਦੀ ਹੈ ਜੀ। ਹੁਣ ਇਸ ਬੰਦੇ ਦਾ ਕਲੇਮ ਹੈ ਕਿ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਜ਼ੁਲਮਾਂ ਨੂੰ ਬਿਆਨਿਆ ਏਮਨਾਬਾਦ ਸ਼ਹਿਰ ਦੇ ਵਿੱਚ, ਉਹਨਾਂ ਨੇ ਕੋਈ ਕਰਤਾਰਪੁਰ ਦੀ ਗੱਲ ਨਹੀਂ ਕੀਤੀ ਕਿ ਕਰਤਾਰਪੁਰ ਨੂੰ ਡਰਾਇਆ, ਕਿਸੇ ਜ਼ਿਲ੍ਹੇ ਦੀ ਗੱਲ ਨਹੀਂ ਕੀਤੀ, ਪੰਜਾਬ ਦੀ ਗੱਲ ਨਹੀਂ ਕੀਤੀ ਔਰ ਫਲਾਣਾ ਢਿਮਕਾ ਦੀ ਗੱਲ ਨਹੀਂ ਕੀਤੀ ਜੀ। ਮੇਰਾ ਖਿਆਲ ਹੈ ਵੀ ਇਹ ਆਪਣੇ ਜਿਹੜੇ EMPLOYER ਨੇ ਆਪਣੇ ਹਿੰਦੂ ਮਾਲਕ ਦੇ, ਉਹਨਾਂ ਨੂੰ ਕਹੇ ਕਿ ਵੀ ਪਹਿਲਾਂ ਇਹ ਦੱਸਣ ਜਾਂ ਉਹਨਾਂ ਤੋਂ ਪੁੱਛੇ ਕਿ ਜੀ ਤੁਸੀਂ ਦੇਸ਼ ਦਾ ਨਾਂ ਸੰਵਿਧਾਨਕ ਤੌਰ ਤੇ ਭਾਰਤ ਕਿਉਂ ਰੱਖਿਆ ਹੋਇਆ ਹੈ? ਜਦੋਂ ਆਲਟਰਨੇਟ ਇੰਡੀਆ ਵਰਤਦੇ ਹੋ ਤੁਸੀਂ ਹਿੰਦੁਸਤਾਨ ਨਾਂ ਕਿਉਂ ਨਹੀਂ ਰੱਖਿਆ? ਕਿ ਜੀ ਸਾਡੇ ਤਾਂ ਗੁਰੂ ਸਾਹਿਬ ਨੇ ਹਿੰਦੁਸਤਾਨ ਵਰਤਿਆ ਸੀ, ਪਰ ਤੁਸੀਂ ਤਾਂ ਕਨਸਟੀਟਿਊਸ਼ਨਲੀ ਇਹਨੂੰ ਹਿੰਦੁਸਤਾਨ ਕਹਿੰਦੇ ਨਹੀਂ, ਤੁਹਾਡਾ ਜਿਹੜਾ ਸੰਵਿਧਾਨਕ ਨਾਂ ਉਹ ਭਾਰਤ ਹੈ। ਫਿਰ ਇਹ ਤੱਥ ਸਾਹਮਣੇ ਆਏਗਾ ਔਰ ਇਹ ਦਿਆਨੰਦ ਦੇ ਜ਼ਮਾਨੇ ਤੋਂ ਕੱਢ ਲੈਣ 19ਵੀਂ ਸਦੀ ਦਾ 20ਵੀਂ ਸਦੀ ਦਾ, ਕਿ ਦਿਆਨੰਦ ਨੇ, ਆਰੀਆ ਸਮਾਜ ਨੇ, ਉਸ ਵੇਲੇ ਦੇ ਹਿੰਦੂ ਇੰਟੈਲੈਕਚੁਅਲਸ ਨੇ ਕਿਹਾ ਕਿ ਜੀ ਇਹ ਹਿੰਦੁਸਤਾਨ, ਹਿੰਦੂ ਦਾ ਮਤਲਬ ਅਰਬੀ 'ਚ ਚੋਰ ਹੈ ਔਰ ਇਹ ਸਾਨੂੰ ਨੀਵਾਂ ਦਿਖਾਉਣ ਦੇ ਲਈ ਇਹ ਸ਼ਬਦ ਜਿਹੜਾ ਉਹ ਚੋਰ ਇਸਤੇਮਾਲ ਕੀਤਾ ਹੋਇਆ, ਇਸ ਲਈ ਅਸੀਂ ਇਹ ਸ਼ਬਦ ਬਿਲਕੁਲ ਨਹੀਂ ਇਸਤੇਮਾਲ ਕਰਨਾ, ਅਸੀਂ ਆਰੀਆਂ ਔਰ ਅਸੀਂ ਆਰੀਆਂ ਦੀ ਔਲਾਦ ਹੈ। ਇਸ ਤੋਂ ਹੀ ਆਰੀਆ ਸਮਾਜ, ਆਰੀਆ ਸਭਾ ਔਰ ਇਹ ਸਾਰੇ ਜਿਹੜੇ ਉਸ ਵੇਲੇ ਦੀ ਲਾਹੌਰ ਦੇ ਵਿੱਚ ਇਹਨਾਂ ਦੀ ਪ੍ਰੈਸ ਸੀ, ਮਹਾਸ਼ਾ ਕ੍ਰਿਸ਼ਨ, ਆਨੰਦ, ਪ੍ਰਤਾਪ ਦਾ ਵਰਿੰਦਰ, ਉਸ ਦਾ ਪਿਓ ਕੋਈ ਹੋਰ ਮਹਾਸ਼ਾ ਕ੍ਰਿਸ਼ਨ ਸ਼ਾਇਦ, ਉਹਨਾਂ ਸਾਰਿਆਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਵੀ ਅਸੀਂ ਹਿੰਦੂ ਨਹੀਂ ਹੈ, ਹਿੰਦੂ ਦਾ ਮਤਲਬ ਚੋਰ ਹੈ ਜੀ ਔਰ ਅਸੀਂ ਆ ਰਹੀ ਹਾਂ। ਹੁਣ ਇਹੀ ਕਾਰਨ ਸੀ ਕਿ ਇਹ ਚੋਰ ਸ਼ਬਦ ਉਹਨਾਂ ਨੇ ਕਿਹਾ ਜੀ ਇਹ ਬਾਹਰੋਂ ਆਉਣ ਵਾਲੇ ਹਮਲਾਵਰਾਂ ਨੇ ਸਾਨੂੰ ਇਹ ਨਾਂ ਦਿੱਤੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਨਾਂ ਨਹੀਂ ਰੱਖਣਾ ਹੈ। ਔਰ ਜਿਹੜਾ ਕਨਸਟੀਟਿਊਸ਼ਨਲੀ ਨਾਂ ਹੈ ਉਸ ਐਡਮਿਨਿਸਟ੍ਰੇਟਿਵ ਯੂਨਿਟ ਦਾ, ਮੁਲਕ ਉਹਨੂੰ ਕਹਿਣਾ ਕਿ ਜੀ ਉਸ ਵੇਲੇ, ਹੁਣ ਇਹ ਕਹੋ ਵੀ ਉਸ ਵੇਲੇ ਵੀ ਜਿਹੜਾ ਹਿੰਦੁਸਤਾਨ ਸ਼ਬਦ ਜਿਹੜਾ ਕਿ ਜ਼ਾਹਰ ਹੈ ਅਰਬਾਂ ਨੇ ਜਾਂ ਪਰਸ਼ੀਅਨ ਚੋਂ ਵਾਲਿਆਂ ਨੇ ਇਸਤੇਮਾਲ ਕੀਤਾ, ਕਿ ਉਦੋਂ
ਤਮਿਲਨਾਡ, ਕੇਰਲਾ, ਜਿਹੜਾ ਸਾਊਥ ਹੈ, ਇਹ ਹਿੱਸਾ ਸੀ ਉਹਦਾ ਉਸ ਯੂਨਿਟ ਦਾ। ਉਸ ਵੇਲੇ ਜਿਹੜੇ ਜਿਸ ਕਿਸਮ ਦੇ ਪ੍ਰੋਵਿੰਸ ਸਨ, ਹੁਣ ਜੇ ਖੁਰਾਸਾਨ ਖਸਮਾਨਾ ਕੀ ਹੈ, ਹੁਣ ਅੱਜ ਕਿਹੜਾ ਦੇਸ਼ ਖੁਰਾਸਾਨ ਨਾਂ ਦਾ ਹੈਗਾ, ਇਹ ਇੱਕ ਸੂਬਾ ਸੀ ਜਿਹਨੂੰ ਬਾਬਰ ਨਹੀਂ ਜਿੱਤ ਸਕਿਆ। ਇਸੇ ਤਰ੍ਹਾਂ ਉਦੋਂ ਈਵਨ ਅਫਗਾਨਿਸਤਾਨ ਨਾਂ ਦਾ ਕੋਈ ਮੁਲਕ ਨਹੀਂ ਸੀ, ਕਾਬਲ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ। ਈਵਨ ਜੇ ਅਸੀਂ ਸਿੱਖ ਰਾਜ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਉਸ ਨੂੰ ਸਰਕਾਰੇ ਖਾਲਸਾ ਜੀਓ ਤੇ ਲਾਹੌਰ ਦਰਬਾਰ ਇਸਤੇਮਾਲ ਕੀਤਾ ਜਾਂਦਾ ਸੀ, ਪੰਜਾਬ ਸਰਕਾਰ ਨਹੀਂ ਸੀ ਕੀਤਾ ਜਾਂਦਾ ਇਸਤੇਮਾਲ। ਹੁਣ ਜਦੋਂ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਹਾਂ, ਇਸ ਜਿਸ ਤਰ੍ਹਾਂ ਹਿੰਦੂ ਸ਼ਬਦ ਇਹਨਾਂ ਦੇ ਕਹਿਣ ਮੁਤਾਬਕ ਕਿ ਚੋਰ ਚੋਂ ਆਇਆ, ਪੰਜਾਬ ਸ਼ਬਦ ਵੀ ਜਿਹੜਾ ਪਰਸ਼ੀਅਨ ਚੋਂ ਆਇਆ, ਪੰਜਾਬ, ਆਬ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ, 5 ਦਰਿਆਵਾਂ ਦੀ ਧਰਤੀ। ਹੁਣ ਇਹ ਜਿਹੜਾ ਸਾਡਾ ਕਲਚਰ ਹੈ, ਜਿਹੜਾ ਇਨਫੈਕਟ ਜਦੋਂ ਅਸੀਂ ਪੰਜਾਬੀ ਦੇ ਵਿੱਚ ਵੀ ਦੇਖਦੇ ਹਾਂ ਤੇ ਇਹਨਾਂ ਨੂੰ ਜਿਹੜੇ ਬਿਹਾਰ, ਯੂਪੀ, ਗੰਗਾ ਜਮਨਾ ਕਲਚਰ ਸੀ, ਇਹਨਾਂ ਨੂੰ ਪੂਰਬੀਏ ਵੀ ਕਿਹਾ ਜਾਂਦਾ ਸੀ, ਇਹਨਾਂ ਨੂੰ ਹਿੰਦੁਸਤਾਨੀ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਜਿਹੜਾ ਕਨਸੈਪਟ ਗੰਗਾ ਜਮਨਾ ਕਲਚਰ ਹੈ ਇਹਨਾਂ ਨਾਲ ਜੁੜਿਆ ਹੋਇਆ। ਪੰਜਾਬ ਦੀ ਹੋਂਦ ਉਸ ਪੀਰੀਅਡ 'ਚ ਵੀ ਜੇ ਇਵੇਂ ਨਾ ਹੁੰਦਾ ਤੇ ਜਿਹੜਾ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ, ਜਿਹਨੂੰ ਆ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਜਿਹਦਾ ਓਰੀਜਨਲ ਨਾਂ ਜਿਹੜਾ ਹੈ ਜੰਗਨਾਮਾ ਜੰਗ ਹਿੰਦ ਪੰਜਾਬ ਸੀ। ਹੁਣ ਉਸ ਦੇ ਵਿੱਚ ਸ਼ਾਹ ਮੁਹੰਮਦ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਲੜਾਈ ਜਿਹੜੀ ਹੈ ਉਹ ਹਿੰਦ ਪੰਜਾਬ ਦੀ ਹੈ। ਹੁਣ ਕਿਹੜਾ ਹਿੰਦ ਹੈ? ਜੇ ਉਹ ਧਰਤੀ ਜਿੱਥੇ ਕਿ ਖਾਲਸੇ ਦਾ ਰਾਜ ਹੈ, ਜਿਸ ਨੂੰ ਦਰਾ ਖੈਬਰ ਤੋਂ ਲੈ ਕੇ ਤਿੱਬਤ ਤੱਕ ਜਿਹੜਾ ਉਹ ਖਾਲਸੇ ਦਾ, ਉਹ ਕਿਹਦੇ ਨਾਲ ਲੜ ਰਿਹਾ? ਜੇ ਮੁਲਕ ਦਾ ਨਾਂ ਹਿੰਦੁਸਤਾਨ ਸੀ ਤੇ ਫਿਰ ਇਹ ਜੰਗ ਹਿੰਦ ਪੰਜਾਬ ਕਿਵੇਂ ਹੋਣ ਲੱਗਾ? ਜੀ। ਔਰ ਕੌਣ ਨੇ? ਔਰ ਇਹ ਐਂਟੀਟੀ ਜਿਹੜੀ ਹੈ ਸਿਰਫ ਇਹੀ ਨਹੀਂ ਵੀ ਸ਼ਾਹ ਮੁਹੰਮਦ ਨੂੰ ਸਮਝ ਆਈ ਹੋਈ ਸੀ। ਈਵਨ ਅਸੀਂ ਜਦੋਂ ਲਿਟਰੇਚਰ ਦੇ ਹਵਾਲੇ ਨਾਲ ਦੇਖਦੇ ਹਾਂ, ਹੀਰ ਵਾਰਿਸ ਸ਼ਾਹ ਇੱਕ ਬੜਾ ਜਿਹੜਾ ਵਾਰਿਸ ਸ਼ਾਹ ਦਾ ਸ਼ਾਹਕਾਰ ਹੈ, ਉਹ ਸ਼ੇਕਸਪੀਅਰ ਉਹਨੂੰ ਕਿਹਾ ਜਾਂਦਾ ਪੰਜਾਬੀ ਲਿਟਰੇਚਰ ਦਾ। ਹੁਣ ਉਹ ਜਦੋਂ ਹੀਰ ਦੀ ਖੂਬਸੂਰਤੀ ਬਿਆਨਦਾ ਹੈ, ਉਸ ਦੇ ਅੱਖਾਂ ਦੇ ਕਜਲੇ ਦੀ, ਤੇ ਉਹ ਇਹ ਕਹਿੰਦਾ ਵੀ ਹੀਰ ਦੀਆਂ ਅੱਖਾਂ 'ਚ ਕਜਲਾ ਇਵੇਂ ਫੱਬ ਰਿਹਾ ਜਿਵੇਂ ਪੰਜਾਬ ਦਾ ਕਟਕ ਜਿਹੜਾ ਹੈ, ਪੰਜਾਬ ਦਾ ਲਸ਼ਕਰ, ਉਹ ਹਿੰਦ ਤੇ ਚੜਿਆ ਹੋਏ। ਹੁਣ ਈਵਨ ਵਾਰਿਸ ਸ਼ਾਹ ਉਸ ਕਿਸਮ ਦੀ ਰਚਨਾ ਦੇ ਵੇਲੇ ਵੀ ਇਸ ਹੋਂਦ ਨੂੰ, ਜਿਹੜੀ ਧਰਤੀ ਹੈ, ਉਸ ਨੂੰ ਉਸ ਕਲਚਰ ਤੋਂ ਅੱਡ ਕਰਕੇ ਦੇਖਦਾ ਹੈ, ਜਿਹੜਾ ਕਲਚਰ ਨਾਲ ਸਾਡਾ ਕੋਈ ਤਾਲੁਕ ਨਹੀਂ। ਹੁਣ ਇਸ ਗੱਲ ਨੂੰ ਆਧਾਰ ਬਣਾ ਕੇ ਕਹਿਣਾ ਕਿ ਜੀ ਇਹ ਤਾਂ ਅੰਗਰੇਜ਼ਾਂ ਨੇ 1757 ਚ ਪਲਾਸੀ ਦੀ ਲੜਾਈ ਨਾਲ ਉਹਨਾਂ ਨੇ ਬੰਗਾਲ, ਉੜੀਸਾ, ਬਿਹਾਰ ਜਿੱਤਿਆ। 1849 ਚ ਸਭ ਤੋਂ ਲਾਸਟ ਪੰਜਾਬ ਕੰਕਰ ਹੋਇਆ, ਔਰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਹੈ ਜਿਸ ਨੂੰ ਇੱਕ ਆਰਟੀਫੀਸ਼ੀਅਲ ਕੰਟਰੀ, ਜਿਹਦਾ ਨਾਂ ਹਿੰਦੁਸਤਾਨ, ਈਵਨ ਉਹਨਾਂ ਨੇ ਵੀ ਕਬੂਲ ਨਹੀਂ ਕੀਤਾ। ਇਵੇਂ ਹੀ ਆਰਟੀਫੀਸ਼ੀਅਲ ਯੂਨੀਅਨ ਬਣੀ, ਜਿਵੇਂ ਸੋਵੀਅਤ ਯੂਨੀਅਨ, ਜਿਵੇਂ ਯੂਗੋਸਲਾਵੀਆ। ਔਰ ਇਸ ਦੇ ਵਿੱਚ ਸਿੱਖਾਂ ਦੀ ਹੋਂਦ ਤੀਸਰੀ ਧਿਰ ਦੇ ਤੌਰ ਦੇ ਉੱਤੇ ਜਿਹੜੀ ਹੈ ਉਹ ਕਬੂਲੀ ਗਈ ਸੀ। ਔਰ ਜਿਸ ਕਿਸਮ ਦੀ ਸੋਚ ਇਹਨਾਂ ਜਮਹੂਰੀਆਂ ਦੀ ਹੈ, 47 ਦੇ ਵਿੱਚ ਵੀ ਇਸ ਕਿਸਮ ਦੀ ਸੋਚ ਵਾਲੇ ਜਿਹੜੇ ਧਨ ਦੇ ਲੋਭੀ ਲੋਕ ਸੀ। ਔਰ ਜਦੋਂ ਬਲਦੇਵ ਸਿੰਘ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਕਿ ਜੀ ਉਹ ਜਿਹੜੀ ਸਿੱਖ, ਉਹਨੇ ਦੇਖਿਆ ਕਿ ਉਹਦੇ ਕਾਰਖਾਨੇ ਟਾਟਾ ਨਗਰ 'ਚ ਨੇ, ਕਲਕੱਤੇ 'ਚ ਨੇ, ਉਹ ਤਾਂ ਸਿੱਖ ਸਟੇਟ ਦੇ ਵਿੱਚ ਆਉਣਾ ਨਹੀਂ ਹੈ, ਇਸ ਲਈ ਉਹਨੇ ਇਸ ਨੂੰ ਇਗਨੋਰ ਕੀਤਾ। ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਲੋਕ ਜਿਹੜੇ ਕਿ ਇਹ ਆਰਗੂਮੈਂਟ ਲੈਂਦੇ ਨੇ। ਹੁਣ ਮਾਸਟਰ ਤਾਰਾ ਸਿੰਘ, ਉਹਨਾਂ ਦਾ ਇੱਕ ਆਰਗੂਮੈਂਟ ਸੀ, ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਸੀ ਕਿ ਸਿੱਖਾਂ ਲਈ ਧਰਮ ਪਹਿਲਾਂ ਕਿ ਦੇਸ਼ ਪਹਿਲਾਂ, ਤੇ ਉਹਨਾਂ ਦਾ ਜਵਾਬ ਹੁੰਦਾ ਸੀ ਕਿ ਸਿੱਖਾਂ ਲਈ ਧਰਮ ਪਹਿਲਾਂ। ਜੀ ਹੁਣ ਜ਼ਾਹਰ ਹੈ ਕਿ ਜਿਵੇਂ ਉਹ ਮਿੱਟੀ ਕਹਿ ਰਿਹਾ, ਅਖੀਰ ਕਹਿ ਰਿਹਾ ਜੀ ਇਸ ਦੇਸ਼ ਦੀ ਮਿੱਟੀ ਅਸੀਂ ਤਨ ਮਨ ਧਨ ਕੁਰਬਾਨ ਕਰ ਦਿਆਂਗੇ, 100% ਅਸੀਂ ਨਾਲ ਹੈ, ਅਸੀਂ ਜਿਹੜਾ ਉਹ ਕਿਸੇ ਨੂੰ ਇਹਨੂੰ ਤੋੜਨ ਨਹੀਂ ਦਿਆਂਗੇ। ਹੁਣ ਪਹਿਲੀ ਗੱਲ ਤਾਂ ਉਹੀ ਗੁਰਬਾਣੀ ਯਾਦ ਕਰਵਾਉਂਦੀ ਹੈ ਕਿ ਗਰਧਬ ਪ੍ਰੀਤ ਭਸਮ ਸੰਗ ਹੋਏ, ਕਿ ਜਿਹੜਾ ਗਧਾ ਹੈ ਉਹ ਮਿੱਟੀ ਨੂੰ ਪਿਆਰ ਕਰਦਾ, ਮਿੱਟੀ 'ਚ ਹੀ ਲਿਟਦਾ ਹੈ। ਹੁਣ ਜੇ ਗੱਲ ਮਿੱਟੀ ਦੇ ਪਿਆਰ ਦੀ ਹੁੰਦੀ, ਜਾਂ ਇਹ ਹੁੰਦਾ ਕਿ ਜੀ ਇਸ ਧਰਤੀ ਦੇ ਨਾਲ ਸਾਡਾ ਉਹ ਲੋਭ ਜਾਂ ਉਹ ਪਿਆਰ ਜੁੜਿਆ ਹੋਇਆ ਹੈ, ਔਰ ਇਹ ਮਾਸਟਰ ਸਿੰਘ ਦਾ ਆਰਗੂਮੈਂਟ ਵੀ ਸੀ, ਫਿਰ ਸਾਡੇ ਚੋਂ ਬਹੁਤਿਆਂ ਦਾ 40% ਦੇ ਕਰੀਬ ਸਿੱਖ ਜਿਹੜੇ ਨੇ ਉਹ ਪੱਛਮੀ ਪੰਜਾਬ ਚੋਂ ਆਏ ਨੇ, ਲਹਿੰਦੇ ਪੰਜਾਬ ਚੋਂ ਆਏ ਨੇ। ਧਰਤੀ ਤਾਂ ਪੁਰਖਿਆਂ ਦੀ ਜਿਹੜੀ ਹੈ ਉਹ ਸਦੀਆਂ ਤੋਂ ਉਹੀ ਧਰਤੀ ਸੀ, ਉਹਨਾਂ ਦੇ ਲਈ
ਮਦਰਲੈਂਡ ਤਾਂ ਉਹ ਸੀ, ਤੁਸੀਂ ਕਿਉਂ ਛੱਡੀ 47 ਚ? ਤੁਸੀਂ ਕਹਿੰਦੇ ਜੀ ਸਾਡਾ ਤਾਂ ਮਿੱਟੀ ਦੇ ਨਾਲ ਪਿਆਰ ਹੈ, ਇਸ ਮਿੱਟੀ ਨੂੰ ਅਸੀਂ ਨਹੀਂ ਛੱਡਣਾ ਜੀ। ਤੁਸੀਂ ਇਸ ਲਈ ਛੱਡੀ ਕਿਉਂਕਿ ਤੁਹਾਨੂੰ ਇਹ ਜ਼ਾਹਰ ਸੀ ਕਿ ਤੁਹਾਡਾ ਧਰਮ ਸੁਰੱਖਿਅਤ ਨਹੀਂ ਹੈ, ਤੁਸੀਂ ਇੱਥੇ ਰਹਿ ਕੇ ਆਪਣੇ ਧਰਮ ਦੀ ਪ੍ਰਤੀਪਾਲਨਾ ਸ਼ਾਇਦ ਨਾ ਕਰ ਸਕੋ, ਭਾਵੇਂ ਪਰਸੈਪਸ਼ਨ ਸੀ ਜਾਂ ਹਕੀਕਤ ਸੀ, ਇਹ ਬਾਅਦ ਦੀ ਗੱਲ। ਹੁਣ ਜੇ ਦੇਸ਼ ਪਿਆਰਾ ਹੁੰਦਾ, ਦੇਸ਼ ਧਰਤੀ ਨੂੰ ਹੀ ਕਹਿੰਦੇ ਨੇ ਜੇ, ਤੇ ਫਿਰ ਉਹ ਸਿੱਖ ਉੱਥੋਂ ਨਾ ਆਉਂਦੇ, ਫਿਰ ਉਹ ਕਹਿੰਦੇ ਜੇ ਨਹੀਂ ਅਸੀਂ, ਉਹ ਤਾਂ ਉੱਥੇ ਸਾਰੇ ਇਤਿਹਾਸਕ ਗੁਰਦੁਆਰੇ ਛੱਡ ਆਏ ਇਸ ਕਰਕੇ ਵੀ ਅਸੀਂ ਆਪਣਾ ਧਰਮ ਨਿਭਾਣਾ ਜੀ। ਸੋ ਐਸਾ ਕਿਹੜਾ ਸਿੱਖਾਂ ਦਾ ਪ੍ਰੇਮ ਬਿਹਾਰ ਦੀ ਧਰਤੀ ਨਾਲ, ਯੂਪੀ ਦੀ ਧਰਤੀ ਨਾਲ, ਗੁਜਰਾਤ ਦੀ, ਔਰ ਆਰਗੂਮੈਂਟ ਇਸਤੇਮਾਲ ਕਰਨਾ ਕਿ ਜੀ ਦੇਖੋ ਪੰਜ ਪਿਆਰੇ, ਇੱਕ ਹਸਤਨਾਪੁਰ ਤੋਂ ਆਇਆ, ਉਹਦੀ ਬ੍ਰਜ ਭਾਸ਼ਾ ਹੈ, ਹਿੰਦੀ ਭਾਸ਼ਾ ਹੈ, ਇੱਕ ਜਿਹੜਾ ਉਹ ਜਗਨਨਾਥਪੁਰੀ ਤੋਂ ਆਇਆ, ਇੱਕ ਦਵਾਰਕਾ ਤੋਂ ਆਇਆ, ਇੱਕ ਕੰਨੜ ਹੈ। ਇਸ ਲਈ ਸਿੱਖ ਸਾਰੇ ਪਾਸਿਓਂ ਸਿੱਖੀ ਦੇ ਲਈ ਲੜੇ। ਹੁਣ ਇਸ ਬੰਦੇ ਨੂੰ ਕੋਈ ਪੁੱਛੇ ਕਿ ਤੂੰ ਇਤਿਹਾਸ ਚੋਂ ਕੋਟ, ਇਹ ਠੀਕ ਹੈ ਇਹਨਾਂ ਪੰਜਾਂ ਦਾ, ਕਿਉਂਕਿ ਸਿੱਖੀ ਗੁਰੂ ਨਾਨਕ ਸਾਹਿਬ ਜਿੱਥੇ ਤੱਕ ਵੀ ਗਏ ਨੇ, ਜੋ ਅੱਜ ਸਾਨੂੰ ਉਦਾਸੀਆਂ ਦੇ ਰੂਪ ਚ ਪਤਾ ਹੈ, ਮੱਕੇ ਗਏ, ਬਗਦਾਦ ਗਏ, ਜਿਹੜਾ ਇਧਰ ਅਫਗਾਨਿਸਤਾਨ, ਈਰਾਨ, ਈਵਨ ਨੇਪਾਲ ਜਿੱਥੇ ਹੁਣ ਉਹਨਾਂ ਦੀ ਵਿਜ਼ਿਟ ਤੇ ਜਿਹੜੇ ਨੇ ਉਹ 500 ਸਾਲ ਪੂਰੇ ਹੋਣੇ ਨੇ, ਕਾਠਮੰਡੂ ਜੀ। ਲੇਕਿਨ ਔਰ 22 ਮੰਜੀਆਂ ਉਹਨਾਂ ਦੀ ਵੀ ਜਿਹੜੀ ਹੈ ਯੂਨੀਵਰਸਲ ਸਾਰੇ ਸਾਊਥ ਏਸ਼ੀਆ ਦੇ ਵਿੱਚ, ਉਸ ਨੂੰ ਉਹਨਾਂ ਨੇ ਜਿਹੜਾ ਸਥਾਪਿਤ ਕੀਤਾ ਉਹਨਾਂ ਮੰਜੀਆਂ ਨੂੰ। ਹੁਣ ਇਸ ਸਾਰੇ ਚੋਂ ਇਹ ਕਨਕਲੂਡ ਕਰਨਾ ਕਿ ਜੀ ਪੰਜ ਕਿਉਂਕਿ ਉੱਥੋਂ ਆਏ ਤੇ ਸਾਰੇ ਹੀ ਲੜੇ, ਫਿਰ ਕਿਹੜੇ ਬਿਹਾਰੀ ਜਾਂ ਯੂਪੀ ਦੇ ਜਾਂ ਗੁਜਰਾਤ ਦੇ ਜਾਂ ਕਰਨਾਟਕਾ ਦੇ 18ਵੀਂ ਸਦੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਕਿਹੜੇ ਉਹਨਾਂ ਸਟੇਟਾਂ ਦੇ ਵਿੱਚ ਸੀ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਏ ਨੇ ਜਾਂ ਜਿਹੜੇ ਮਾਰੇ ਗਏ ਨੇ? ਕੋਈ ਇਤਿਹਾਸਕ ਵੇਰਵਾ ਦਿਓ। ਜੇ ਤੁਸੀਂ ਕਹੋ ਕਿ ਜੀ ਕੱਲੇ ਸਿੱਖ ਪੰਜਾਬ ਚੋਂ ਨਹੀਂ ਖਲੋਤੇ, ਸਿੱਖ ਤਾਂ ਸਾਰੇ ਪਾਸਿਓਂ ਖਲੋਤੇ, ਠੀਕ ਹੈ, ਸਿੱਖੀ ਦੇ ਨਾਲ ਪਿਆਰ ਰੱਖਣ ਵਾਲੇ ਸਿੰਧ ਚ ਅੱਜ ਵੀ ਨੇ, ਦੂਸਰੀਆਂ ਪਰੰਪਰਾਵਾਂ ਚ ਸਹਿਜਧਾਰੀ ਦੇ ਨਾਂ ਥੱਲੇ ਨੇ, ਪਰ ਜਿਹੜੀ ਸਿੱਖੀ ਦੀ ਲੜਾਈ ਹੈ, ਜਿਹੜੀ 18ਵੀਂ ਸਦੀ ਚ ਜਦੋਂ ਇੱਕੋ ਹੀ ਚੋਇਸ ਸੀ ਕਿ ਰਾਜ ਕਰੇ ਹੈ, ਇੱਕੇ ਲੜ ਮਰੇ ਹੈ, ਉਹ ਕਾਦੇ ਲਈ ਲੜ ਰਹੇ ਸੀ ਕਿ ਉਸ ਧਰਤੀ ਦੇ ਉੱਤੇ ਉਹਨਾਂ ਨੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਰੱਖਣੇ ਨੇ। ਸੋ ਸਿੱਖ ਦੇ ਲਈ ਪਹਿਲੀ ਗੱਲ ਧਰਮ ਹੈ ਜੀ। ਔਰ ਜੇ ਹੁਣ ਇਸ ਕਿਸਮ ਦਾ ਜਮੂਰਾ ਇਹ ਸਮਝਦਾ ਹੈ ਕਿ ਜੀ ਸਿੱਖ ਉੱਥੇ ਜਿਹੜੇ ਨੇ ਉਹ ਬੜੀ ਆਜ਼ਾਦੀ ਨਾਲ, ਦੇਖੋ ਜੀ ਇਹ ਕਹਿਣਾ ਕਿ ਜੀ ਸਾਨੂੰ ਹਿੰਦੂਆਂ ਤੋਂ ਖਤਰਾ ਹੈ, ਹਿੰਦੂਆਂ ਤੋਂ ਕੀ ਖਤਰਾ ਹੈ? ਜੇ ਖਤਰਾ ਹੁੰਦਾ ਸਿੱਖ ਅਮੀਰ ਕਿਵੇਂ ਬਣ ਜਾਂਦੇ? ਭਾਈ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਵੀ ਸਾਡੀ ਲੜਾਈ ਹਿੰਦੂਆਂ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਜਿਵੇਂ 18ਵੀਂ ਸਦੀ 'ਚ ਸਾਡੀ ਲੜਾਈ ਜਿਹੜੀ ਹੈ ਇਸਲਾਮ ਨਾਲ ਨਹੀਂ ਸੀ, ਇਸਲਾਮਿਕ ਸਟੇਟ ਨਾਲ ਸੀ। ਔਰ ਇਸ ਸਾਰੇ 'ਚ ਕੀ ਰੋਲ ਹੈ ਇੰਡੀਅਨ ਸਟੇਟ ਦਾ, ਇਹਨੂੰ 31 ਸਾਲ ਦਾ ਕੋਈ ਸਮਝ ਨਹੀਂ ਆਇਆ। ਉਸ ਦਿੱਲੀ ਦੇ ਵਿੱਚ ਹੀ ਇਹਦਾ ਹੀ ਕੋਈ ਦੂਰ ਦਰਾਡੇ ਦੇ, ਕੋਈ ਨੇੜੇ ਦੇ ਰਿਸ਼ਤੇਦਾਰ ਵੀ ਮਾਰੇ ਗਏ ਹੋਣਗੇ, ਪਰ ਅੱਖਾਂ ਤੇ ਪੱਟੀ ਪੈ ਜਾਂਦੀ ਹੈ ਜਦੋਂ ਬੰਦਾ ਕਿਸੇ ਦੀ ਤਨਖਾਹ ਤੇ ਜਾਂਦਾ ਤੇ ਫਿਰ ਉਹਨੂੰ ਭੁੱਲ ਜਾਂਦਾ ਕਿ ਵੀ ਉਹ ਕੀ ਕਰ ਰਹੇ। ਹੁਣ ਇੱਧਰ ਤਾਂ ਗੁਰੂ ਨੂੰ ਅਸੀਂ ਕਹਿੰਦੇ ਆ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਇਹ ਗੁਰੂ ਦੇ ਹੁਕਮ 'ਚ ਤਨ ਮਨ ਧਨ ਦੇਣ ਵਾਲਾ ਤੇ ਇਹ ਗਰਦਬ ਪ੍ਰੀਤ ਭਸਮ ਸੰਗ ਹੋਏ। ਇਹ ਯੂਪੀ ਬਿਹਾਰ ਜਿਨ੍ਹਾਂ ਦਾ ਜਿਹੜੇ ਪੰਜਾਬ ਨੂੰ ਗੁਲਾਮ ਬਣਾਉਣ ਦੇ ਵਿੱਚ ਵੀ ਉਹ ਰੋਲ ਅਦਾ ਕਰਦੇ ਨੇ, ਔਰ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਉਹ ਪੂਰਬੀ ਹੈ ਤੇ ਦੱਖਣੀ ਹੈ ਜਿਹੜੇ ਹਮਲਾਵਰ ਨੇ, ਇਹ ਉਹਨਾਂ ਦੀ ਮਿੱਟੀ ਦੇ ਲਈ ਜਿਹੜਾ ਤਨ ਮਨ ਧਨ ਕੁਰਬਾਨ ਕਰਨ ਨੂੰ ਤਿਆਰ ਹੈ। ਸੋ ਇਸ ਸਾਰੇ ਚੋਂ ਫਿਰ ਉਸ ਦਾ ਇੱਕ ਨੁਕਤਾ ਜਿਹੜਾ ਹੈ ਕਿ ਜੀ 47 ਚ ਇਧਰ ਬਣ ਗਿਆ, ਫਿਗਰਸ ਦੇ ਰਿਹਾ 10 ਲੱਖ ਸਿੱਖ ਮਾਰੇ ਗਏ। ਉਹ ਦੇਖੋ ਉਹ ਇੱਕ ਸਿਵਲ ਵਾਰ ਸੀ, ਇਸ ਲਈ 47 ਨੂੰ ਘੱਲੂਘਾਰਾ 47 ਨਹੀਂ ਕਿਹਾ ਜਾਂਦਾ। ਅਸੀਂ 18ਵੀਂ ਸਦੀ ਦੇ ਘੱਲੂਘਾਰਿਆਂ ਤੋਂ ਬਾਅਦ ਜੂਨ 84 ਦੇ ਘੱਲੂਘਾਰੇ ਇੱਕ ਅਨਫੋਰਚੂਨੇਟ ਸੀ, ਦੋਨੋਂ ਪਾਸਿਓਂ ਪਾਗਲਪਨ ਹੋਇਆ। ਉਧਰ ਸਿੱਖ ਹਿੰਦੂ ਮਾਰੇ ਗਏ, ਇਧਰ ਮੁਸਲਮਾਨ ਮਾਰੇ ਗਏ ਪੂਰਬੀ ਪੰਜਾਬ। ਇਹ ਇੱਕ ਕਾਂਗਰਸ ਦੀ ਨੀਤੀ ਸੀ ਜਿਸ ਨੂੰ ਨਹੀਂ ਸਮਝ ਸਕੇ ਸਿੱਖ ਵੀ। ਲੇਕਿਨ ਇਸ ਦਾ ਮਤਲਬ ਇਹ ਤਾਂ ਨਹੀਂ ਹੈ, ਅੱਜ ਵੀ 160 ਮਿਲੀਅਨ ਮੁਸਲਮਾਨ ਭਾਰਤ 'ਚ ਰਹਿੰਦੇ ਨੇ ਜੀ, ਔਰ ਵੱਡੀ ਗਿਣਤੀ ਜਿਹੜੇ ਹਿੰਦੂ ਨੇ ਉਹ ਸਿੰਧ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ ਰਹਿੰਦੇ ਨੇ। ਇਹ ਜਿਹੜੀ ਇਸ ਆਰਗੂਮੈਂਟ ਨੂੰ ਵਰਤਣਾ ਹੈ ਕਿ ਜੀ ਜੇ ਖਾਲਿਸਤਾਨ ਬਣਿਆ ਤੇ ਗੁਰਦੁਆਰੇ ਬਾਹਰ ਰਹਿ ਜਾਣਗੇ, ਅਸੀਂ ਫਿਰ ਕੀ ਵੀਜ਼ੇ ਲਵਾਂਗੇ? ਹੁਣ ਤੁਸੀਂ ਪਾਕਿਸਤਾਨ ਜਾਂਦੇ ਹੋ ਵੀਜ਼ਾ ਨਹੀਂ ਲੈਂਦੇ, ਅਫਗਾਨਿਸਤਾਨ ਹੈ, ਈਰਾਨ ਹੈ, ਦੂਜੇ ਔਰ ਪਾਕਿਸਤਾਨ ਜਿਹੜੇ ਮੁਸਲਮਾਨਾਂ ਦੇ 55 ਦੇਸ਼ ਨੇ, ਉਹਨਾਂ ਦਾ ਜਿਹੜਾ ਮੱਕਾ ਔਰ ਮਦੀਨਾ ਮੁਕੱਦਸ ਥਾਵਾਂ ਨੇ ਉਹ ਸਾਊਦੀ ਅਰੇਬੀਆ 'ਚ ਨੇ ਜੀ, ਔਰ 55 ਦੇਸ਼ਾਂ ਦੇ ਮੁਸਲਮਾਨ ਜਿਹੜੇ ਨੇ ਉਹ ਵੀਜ਼ਾ ਲੈ ਕੇ ਆਪਣੀ ਮੁਸਲਿਮ ਕੰਟਰੀ ਦੇ ਵਿੱਚ ਜਾਂਦੇ ਨੇ ਮੱਕੇ ਦਾ ਹੱਜ ਕਰਨ। ਇਸ ਦੇ ਉਲਟ ਜੋ ਹਾਲ ਅੱਜ ਪੰਜਾਬ ਦੇ ਵਿੱਚ ਇਹ ਸਾਡੇ ਕੋਲ ਮੁਲਕ ਨਾ ਹੋਣ ਦੀ ਸੂਰਤ ਦੇ ਵਿੱਚ ਹੈ,
ਅਸੀਂ ਤਾਂ ਆਜ਼ਾਦਾਨਾ ਤਰੀਕੇ ਦੇ ਨਾਲ ਅੱਜ ਉਸ ਸਿੱਖ ਦਾਇਰਾਕਾਰ 'ਚ ਵੀ ਸਿੱਖੀ ਦੀ ਗੱਲ ਨਹੀਂ ਕਰ ਸਕਦੇ ਜੀ। ਜੇ ਤੁਸੀਂ ਸਮਾਗਮਾਂ ਦੇ ਹਵਾਲੇ ਨਾਲ ਦੇਖਦੇ ਹੋ ਕਿਵੇਂ ਆਰਐਸਐਸ ਦੀ ਡੋਮੀਨੈਂਸ ਹੈ ਚਾਰ ਚਫੇਰੇ। ਹੁਣ ਇਹ ਆਰਗੂਮੈਂਟ ਦੇ ਰਿਹਾ ਹੈ ਕਿ ਜੀ ਜੇ ਤੁਸੀਂ ਕਰਨਾ ਹੈ ਪੰਜਾਬ 'ਚ, ਜੇ ਆਣਾ ਹੈ ਪੰਜਾਬ 'ਚ ਆਓ, ਕੈਂਸਰ ਬਹੁਤ ਹੈ, ਇਹ ਕੈਂਸਰ ਨੂੰ ਠੀਕ ਕਰੋ, ਇਹ ਗੁਰਮਤ ਦਾ ਪ੍ਰਚਾਰ ਕਰੋ, ਇਹ ਫਲਾਣਾ ਕਰੋ, ਢਿਮਕਾ ਕਰੋ। ਹੁਣ ਗੱਲ ਇਹ ਹੈ ਵੀ ਕੈਂਸਰ ਕੌਣ ਲਿਆ ਰਿਹਾ? ਪੰਜਾਬ ਦੇ ਵਿੱਚ ਪਾਣੀ ਦੀ ਜਿਹੜੀ ਲੁੱਟ ਹੈ ਕਿਨੇ ਮਚਾਈ, ਔਰ ਜਿਹਨੇ ਪੰਜਾਬ ਦੀ ਕਿਸਾਨੀ ਨੂੰ ਕਿਸ ਮੰਦਹਾਲੀ 'ਚ ਕੀਤਾ। ਅੱਜ ਇੰਡੀਅਨ ਗਵਰਨਮੈਂਟ ਬਾਹਰੋਂ ਵੀਟ ਇੰਪੋਰਟ ਕਰਨ ਦੇ ਲਈ ਮਿਲੀਅਨਸ ਆਫ ਡਾਲਰਸ ਜਿਹੜੀ ਹੈ ਉਹ ਫੋਰਨ ਐਕਸਚੇਂਜ ਰਿਜ਼ਰਵ ਚੋਂ ਕੱਢਣ ਨੂੰ ਤਿਆਰ ਹੈ, ਪਰ ਉਹਨਾਂ ਨੇ ਜਿਸ ਪੰਜਾਬ ਦੇ ਕਿਸਾਨ ਨੇ ਭਾਰਤ ਦਾ ਢਿੱਡ ਭਰਿਆ ਉਹਨਾਂ ਨੂੰ ਉਹਨਾਂ ਦਾ ਬਣਦਾ ਦੇਣ ਨੂੰ ਤਿਆਰ ਨਹੀਂ। ਹਜ਼ਾਰਾਂ ਕਿਸਾਨ ਖੁਦਕਸ਼ੀ ਦੇ ਰਸਤੇ ਤੇ ਤੁਰੇ ਹੋਏ ਨੇ ਜੀ। ਹੁਣ ਇਹ ਜਦੋਂ ਤੁਸੀਂ ਗੁਲਾਮੀ ਦੇ ਸਿੰਪਟਮਸ ਦੇਖਦੇ ਹੋ, ਜੇ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤੇ ਸੀ, ਅੱਜ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ, ਡਰੱਗਸ ਪੰਜਾਬ ਦੇ ਵਿੱਚ ਕੌਣ ਲਿਆ ਹੈ? ਜੇ ਹੁਣ ਅੱਜ ਹਾਲ ਇਹ ਹੈ ਕਿ 60% ਮੁੰਡੇ ਤੇ 40% ਕੁੜੀਆਂ ਡਰੱਗਸ ਦਾ ਸ਼ਿਕਾਰ ਨੇ, ਤੇ ਇਧਰ ਤੁਹਾਡਾ ਬਾਰਡਰ ਪਾਕਿਸਤਾਨ ਨਾਲ ਜਿੱਥੇ ਤਾਰ ਲੱਗੀ ਹੈ, ਕਰੰਟ ਛੱਡਿਆ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ, ਤੇ ਡਰੱਗਸ ਪੰਜਾਬ ਦੇ ਵਿੱਚ ਕੌਣ ਲਿਆ ਰਿਹਾ ਜੀ। ਸੋ ਜ਼ਾਹਰ ਹੈ ਕਿ ਇਹ ਸਭ ਕੁਝ ਜਿਹੜਾ, ਔਰ ਇਸ ਨੂੰ ਕਿਉਂਕਿ ਹਿੰਦੂਤਵਾ ਦਾ ਪੁਜਾਰੀ ਹੈ ਭਾਰਤ ਮਾਤਾ ਦਾ, ਤੇ ਫਿਰ ਉਹ ਤੁਲਸੀਦਾਸ ਦੀ ਗੱਲ ਹੀ ਇਹ ਪੜ੍ਹ ਲੈ ਕਿ ਜਿਹਦੇ ਚ ਉਹਨੇ ਕਿਹਾ ਕਿ ਪ੍ਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਪਰ ਅਧੀਨ ਹੁੰਦਾ, ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਮਿਲਦਾ। ਔਰ ਬਾਕੀ ਗੱਲ ਰਹੀ ਕਿ ਜੀ ਸਿੱਖਾਂ ਦਾ ਜਿਹੜਾ ਹੈ ਉੱਥੋਂ ਕਰੋੜਾਂ ਸਿੱਖ ਪੰਜਾਬ 'ਚ ਕਿਵੇਂ ਵਸਣਗੇ? ਪਹਿਲਾਂ ਤਾਂ ਇਹਨੂੰ ਫਿਗਰ ਹੀ ਨਹੀਂ ਪਤਾ ਵੀ ਸਿੱਖ ਪੋਪੂਲੇਸ਼ਨ ਜਿਹੜੀ ਕਰੋੜਾਂ 'ਚ ਹੈ, ਕਰੋੜਾਂ ਬਾਹਰ ਨਹੀਂ ਰਹਿੰਦੇ। ਉਸ ਪੰਜਾਬ ਦੇ ਖਿੱਤੇ ਤੋਂ ਬਾਹਰ 6 ਮਿਲੀਅਨ ਨੇ, 4 ਮਿਲੀਅਨ ਆਊਟਸਾਈਡ ਬਾਹਰਲੇ ਮੁਲਕਾਂ 'ਚ ਨੇ। ਔਰ ਇਹਨਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਕਿਹਨੇ ਕਿਹਾ ਕਿ ਜੀ ਅਸੀਂ ਮਾਈਗ੍ਰੇਸ਼ਨ ਆਫ ਪੋਪੂਲੇਸ਼ਨ ਮੰਗਦੇ, ਉਹ ਤਾਂ ਈਵਨ ਇੰਡੀਆ ਪਾਕਿਸਤਾਨ 'ਚ ਕੰਪਲੀਟ ਨਹੀਂ ਹੋਈ। ਜੇ ਹੁੰਦੀ ਤਾਂ 160 ਮਿਲੀਅਨ ਮੁਸਲਮਾਨ ਨਾ ਹੁੰਦਾ। ਤੇ ਫਿਰ ਇਹ ਕਹਿਣਾ, ਜੇ ਯਹੂਦੀਆਂ ਦੇ ਹਵਾਲੇ ਨਾਲ ਅਸੀਂ ਦੇਖੀਏ ਕਿ 2,5-3 ਹਜ਼ਾਰ ਸਾਲ ਉਹਨਾਂ ਦੀ ਉਹ ਬਦਹਾਲੀ ਹੋਈ ਰਾਜ ਜਦੋਂ ਤੱਕ ਉਹਨਾਂ ਕੋਲ ਸੀ ਮਿਡਲ ਈਸਟ, ਉਸ ਤੋਂ ਬਾਅਦ ਮੌਜ਼ਿਸ ਦੇ ਜ਼ਮਾਨੇ ਤੋਂ ਇਹਨਾਂ ਦਾ ਸ਼ੁਰੂ ਹੋ ਗਿਆ ਹਾਲ। ਔਰ 1948 ਤੱਕ ਜਦੋਂ ਤੱਕ ਇਜ਼ਰਾਈਲ ਨਹੀਂ ਬਣਿਆ, ਲੱਖਾਂ ਮਾਰੇ ਗਏ। ਇਹ ਨਹੀਂ ਵੀ ਇੱਕ ਥਾਂ ਦੇ ਉੱਤੇ ਕੋਈ ਜਰਮਨ 'ਚ ਕੋਈ ਨਾਜ਼ੀਆਂ ਨਹੀਂ ਕੀਤਾ, ਸਾਰੇ ਯੂਰਪ 'ਚ ਜਿੱਥੇ ਜਿੱਥੇ ਗਏ ਆਪਣੇ ਨਾਂ ਲੁਕਾ ਕੇ ਰਹਿੰਦੇ ਸੀ, ਆਪਣੇ ਹੋਰ ਤਰੀਕੇ ਦੇ ਨਾਲ ਇਹਨਾਂ ਦਾ ਕਤਲੇਆਮ ਹੁੰਦਾ ਸੀ ਜੀ। ਕਈ ਸ਼ਹਿਰਾਂ ਦੇ ਸ਼ਹਿਰ ਸਾਫ਼ ਕਰ ਦਿੱਤੇ ਬਾਦਸ਼ਾਹਾਂ ਨੇ, ਕਈ ਵਾਰੀ ਫਰਾਂਸ 'ਚੋਂ 3 ਵਾਰੀ ਕੱਢੇ, ਡੈਨਮਾਰਕ 'ਚੋਂ ਕੱਢੇ। ਜਿਸ ਦਿਨ ਉਹਨਾਂ ਦਾ ਮੁਲਕ 1948 'ਚ ਇਜ਼ਰਾਈਲ ਬਣਿਆ, ਅੱਜ ਦੁਨੀਆ 'ਚ 15-16 ਮਿਲੀਅਨ ਯਹੂਦੀ ਨੇ ਕੁੱਲ ਮਿਲਾ ਕੇ, ਕੋਈ ਉਹਨਾਂ ਦੀ ਵਾਹ ਵੱਲ ਨਹੀਂ ਦੇਖ ਸਕਦਾ ਜੀ। ਅੱਜ ਇਹ ਮੁਲਕ ਦਾ ਕ੍ਰਿਸ਼ਮਾ ਹੁੰਦਾ ਹੈ। ਔਰ ਜੇ ਤੁਹਾਡੇ ਕੋਲ, ਔਰ ਇਹ ਅਸੀਂ ਕਦੇ ਨਹੀਂ ਕਿਹਾ ਵੀ ਅਸੀਂ ਪੰਜਾਬ 'ਚੋਂ ਹਿੰਦੂ ਕੱਢ ਦੇਣੇ ਨੇ ਤੇ ਬਾਹਰੋਂ ਸਿੱਖਾਂ ਨੂੰ ਕਹਿਣਾ ਵੀ ਆ ਜਾਓ, ਜੇ ਉੱਥੇ ਰਹਿਣਾ ਚਾਹੁੰਦੇ ਨੇ ਜੀ ਸਦਕੇ, ਤੇ ਜੇ ਤੁਹਾਡੇ ਕੋਲ ਆਪਣਾ ਦੇਸ਼ ਹੋਏਗਾ ਤੇ ਸਿੱਖ ਜਿੱਥੇ ਜਿੱਥੇ ਵੀ ਹੈ, ਅੱਜ ਤਾਂ ਹਾਲ ਇਹ ਹੈ ਕਿ ਫਰਾਂਸ 'ਚ ਪੱਗ ਦਾ ਮਸਲਾ ਹੋਏ, ਬੈਲਜੀਅਮ 'ਚ ਹੋਏ, ਕਿਤੇ ਹੋਰ ਹੋਏ, ਯੂਰਪ ਦੇ ਕਿਸੇ 에ਅਰਪੋਰਟ ਤੇ ਕਿਸੇ ਸਿੱਖ ਦੀ ਅਮਰੀਕਨ ਸਿਟੀਜ਼ਨ ਹੈ ਪੱਗ ਲਾਉਣ ਤੇ ਮਜਬੂਰ ਕੀਤਾ। ਹੁਣ ਇਹ ਸਾਰਾ ਇਸ ਲਈ ਹੈ ਕਿ ਤੁਹਾਡਾ ਕੋਈ ਵਾਲੀ ਵਾਰਸ ਨਹੀਂ, ਤੁਹਾਡਾ ਪੱਗ ਵਾਲਾ 10 ਸਾਲ ਜਮੂਰਾ ਉੱਥੇ ਬੈਠਾ ਸੋਨੀਆ ਗਾਂਧੀ ਦਾ, ਕਿੰਨੇ ਕੁ ਮਸਲੇ ਹੱਲ ਕਰਾ ਲਏ ਉਹਨਾਂ ਨੇ, ਕਿਉਂਕਿ ਤੁਹਾਡੇ ਕੋਲ ਡਿਸੀਜਨ ਮੇਕਿੰਗ ਪਾਵਰ ਨਹੀਂ ਹੈ। ਇੱਕ ਉਹ ਨੇ ਜਿਹੜੇ ਸ਼ਕਲੀ ਤੌਰ ਦੇ ਉੱਤੇ ਸਿੱਖ ਨੇ, ਉਹਨਾਂ ਨੂੰ ਤੁਸੀਂ ਅੱਗੇ ਰੱਖ ਦਿੰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਜੀ ਦੇਖੋ ਪ੍ਰਧਾਨ ਮੰਤਰੀ ਸਿੱਖ ਹੈ, ਫਲਾਣਾ ਸਿੱਖ ਹੈ ਜਾਂ ਬਾਦਲ ਸਿੱਖ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਸਮਝਣੀ ਉਹਨਾਂ ਵੀਰਾਂ ਭੈਣਾਂ ਲਈ ਜਿਹੜੇ ਕਿ ਇਸ ਕਿਸਮ ਦੇ ਲੋਕ ਜਿਹੜੇ ਕਿ ਇਸ ਪੱਖ ਨੂੰ ਨੈਗੇਟ ਕਰਨਾ ਚਾਹੁੰਦੇ ਨੇ ਗਲਤ ਤਰੀਕੇ ਦੇ ਨਾਲ, ਇਹ ਸਮਝਣੀ ਜ਼ਰੂਰੀ ਹੈ ਕਿ ਤੁਹਾਡੀ ਹੋਂਦ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ, ਤੁਹਾਡੇ ਕੋਲ ਰਾਜ ਸ਼ਕਤੀ ਦੇ ਨਾਲ ਜੁੜੀ ਹੁੰਦੀ ਹੈ ਜੀ। ਔਰ ਜੇ ਇਹ ਗੱਲ ਨਾ ਹੁੰਦੀ ਤੇ ਫਿਰ 18ਵੀਂ ਸਦੀ ਸਾਰੀ ਸਦੀ ਸਿੱਖ ਜਿਹੜੇ ਨੇ ਉਹ ਉਸ ਆਜ਼ਾਦੀ ਦੇ ਲਈ ਨਾ ਲੜਦੇ, ਉਸ ਖਾਲਸਾ ਰਾਜ ਦੇ ਲਈ ਨਾ ਲੜਦੇ। ਔਰ ਹਮੇਸ਼ਾ ਜਿਹੜਾ ਸਿੱਖਾਂ ਦਾ ਇਹ ਕਹਿਣਾ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਾਲ ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹੀ ਸਤਗੁਰੂ ਨੇ ਦਿੱਤੀ ਹੋਈ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਇਹ ਹਿੰਦੁਸਤਾਨ 'ਚ ਸਿੱਖਾਂ ਦੇ ਕੋਲ ਪਾਤਸ਼ਾਹੀ ਹੈ ਜੀ। ਔਰ ਜਦੋਂ ਅਸੀਂ ਇਸ ਪਾਤਸ਼ਾਹ ਦੇ ਹਵਾਲੇ ਦੇ ਨਾਲ ਗੱਲ ਕਰਦੇ ਹਾਂ,
ਫਿਰ ਜੇ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਹਾਂ, ਇਸ ਸਿਸਟਮ ਦੇ ਵਿੱਚ ਜਿਸ ਗੁਲਾਮੀ ਦੇ ਵਿੱਚ ਇਹ ਜਮਹੂਰੇ ਵੀ ਜਿਹੜੇ ਨੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਨੇ, ਇਹ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਹੈ। ਔਰ ਜਿਹੜਾ ਬੇਸਿਕਲੀ ਤੁਹਾਡਾ ਜਦੋਂ ਸਿੱਖਾਂ ਦਾ ਇਹ ਰਿਜ਼ੋਲਵ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਪੰਜਾਬ ਦੀ ਦੌਲਤ ਸਾਡੇ ਰਿਸੋਰਸਿਸ ਇਹਨਾਂ ਦੇ ਉੱਤੇ ਸਾਡਾ ਹੱਕ ਹੈ। ਦੱਖਣ ਤੋਂ ਆਉਣ ਵਾਲੇ ਪੱਛਮ ਤੋਂ ਆਉਣ ਵਾਲੇ ਨੂੰ ਲੈ ਜਾਣ, ਇਹ ਬਿਲਕੁਲ ਐਕਸੈਪਟੇਬਲ ਨਹੀਂ ਹੋਏਗਾ। ਔਰ ਜਿਸ ਪੰਜਾਬ ਦੀ ਧਰਤੀ ਦੇ ਲਈ ਸਿੱਖ ਜਿਹੜੇ ਨੇ, ਕਿਉਂਕਿ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਦੀ ਗੱਲ, ਪਾਤਸ਼ਾਹਤ ਦੀ ਗੱਲ, ਇਹ ਠੀਕ ਹੈ, ਅਸੀਂ ਇਹ ਨਹੀਂ ਕਲੇਮ ਕਰਦੇ ਕਿ ਜੀ ਅਸੀਂ ਹਜ਼ੂਰ ਸਾਹਿਬ ਖਾਲਿਸਤਾਨ ਦਾ ਹਿੱਸਾ ਬਣਾ ਦੇਣਾ ਜਾਂ ਅਸੀਂ ਪਟਨਾ ਸਾਹਿਬ। ਸਾਨੂੰ ਪਤਾ ਹੈ ਵੀ ਸਾਡੀ ਅੱਜ ਦੇ ਪੀਰੀਅਡ 'ਚ ਜਦੋਂ ਅਸੀਂ ਇਸ ਹਵਾਲੇ ਨਾਲ ਗੱਲ ਕਰਦੇ ਹਾਂ, ਔਰ ਜਦੋਂ ਤੁਸੀਂ ਇਹਦੀ ਪ੍ਰੋਵੋਕੇਸ਼ਨ ਦੇਖੋ, ਟਾਈਮਿੰਗ ਦੇਖੋ, ਇਹ ਦੋਨੋਂ ਹੀ ਇਹ ਵੀ ਕਹਿ ਰਿਹਾ ਜਮਹੂਰਾ ਇਹਦਾ ਜੀਕੇ ਦਾ ਕਿ ਜੀ ਵੋਟਾਂ ਨਾਲ ਜਿਹੜਾ ਉਹ ਕਿਵੇਂ ਬਣ ਜਾਏਗਾ, ਔਰ ਉਹ ਜੀਕੇ ਵੀ ਕਹਿ ਰਿਹਾ ਕਿ ਜੀ ਇੱਥੇ ਆ ਕੇ ਪਵਾ ਲਓ ਜੀ ਵੋਟਾਂ, ਫਿਰ ਦੇਖ ਲਓ ਜੀ ਇੱਥੇ ਆ ਜਾਓ ਜੀ। ਸੋ ਜ਼ਾਹਰ ਹੈ ਕਿ ਜਿਹੜਾ ਇੱਕ ਕੈਂਪੇਨ ਵੀ ਨਾਲ 2020 ਦਾ ਚੱਲ ਰਿਹਾ, ਭਾਵੇਂ ਮੈਂ ਇਸ ਨੂੰ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਦੇਖਦਾ, ਇਸ ਨੇ ਇਹਨਾਂ ਨੂੰ, ਔਰ ਜਿਵੇਂ ਇਹ ਬੋਲੇ ਨੇ ਇਵੇਂ ਤਾਂ ਅਜੇ ਤੱਕ ਕਿਸੇ ਇੰਡੀਅਨ ਮਿਨਿਸਟਰ ਨੇ ਜਾਂ ਜਿਨ੍ਹਾਂ ਦੀ ਸਰਕਾਰ ਜਿਨ੍ਹਾਂ ਨੂੰ ਇਫੈਕਟ ਹੋਣੇ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ। ਸੋ ਜ਼ਾਹਰ ਹੈ ਕਿ ਇਹ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਵੀ ਸਬ ਕੰਟਰੈਕਟ ਕਰ ਦਿੱਤਾ, ਇਹ ਉਹਨਾਂ ਦੇ ਸਬ ਕੰਟਰੈਕਟਰ ਨੇ ਏਜੰਸੀਆਂ ਦੇ, ਕਿ ਜੀ ਅਸੀਂ ਇਸ ਨੂੰ ਜਿਹੜਾ ਅਸੀਂ ਪਾਉਂਦੇ ਆ ਇਸ ਦੇ ਵਿੱਚ ਜਿਹੜਾ ਕਚੌਲ, ਰੋਲ ਕਚੌਲ ਕਹਿੰਦੇ ਨੇ, ਕੀ ਕਹਿੰਦੇ ਨੇ। ਸੋ ਹੁਣ ਮੇਰਾ ਖਿਆਲ ਹੈ ਕਿ ਵੀ ਵਕਤ ਅਸੀਂ ਕਾਫੀ ਅੱਗੇ ਚਲੇ ਗਏ, ਬਾਕੀ ਜਿਹੜਾ ਕੋਈ ਪਾਰਟ ਰਹਿ ਗਿਆ ਉਸ ਨੂੰ ਅਸੀਂ ਫੇਰ ਕਿਸੇ ਵੇਲੇ ਲੈ ਲਾਂਗੇ। ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜਾ ਇਸ ਕਿਸਮ ਦੇ ਜਮਹੂਰੇ ਨੇ, ਨਾ ਇਹ ਪਹਿਲੇ ਨੇ ਤੇ ਨਾ ਇਹ ਅਖੀਰਲੇ ਹੋਣੇ ਨੇ। ਏਜੰਸੀਆਂ ਨੇ ਹੁਣ ਉਹੀ ਜਿਵੇਂ ਪੰਜਾਬ ਦੇ ਵਿੱਚ ਕੁਹਾੜੀ ਦਾ ਦਸਤਾ ਜਿਹੜਾ ਉਹ ਬਾਦਲ ਨੂੰ ਬਣਾ ਕੇ ਉੱਥੇ ਜਿਹੜਾ ਉਹ ਆਪਣਾ ਕੰਟਰੋਲ ਕਰਨ ਦੀ ਕੋਸ਼ਿਸ਼ ਰਹੀ ਹੈ, ਔਰ ਹੁਣ ਜਿਹੜਾ ਨਵਾਂ ਉਭਾਰ ਹੈ ਖਾਸ ਤੌਰ ਤੇ 31 ਘੱਲੂਘਾਰਾ ਯੂਨੀਵਰਸਿਟੀ ਤੋਂ ਬਾਅਦ ਜਿਵੇਂ ਜੰਮੂ ਕਸ਼ਮੀਰ ਦੇ ਸਿੱਖ ਖਲੋਤੇ, ਜਿਵੇਂ ਦੁਨੀਆ ਭਰ 'ਚ ਜਿਹੜੀ ਹੈ ਯੰਗਰ ਜਨਰੇਸ਼ਨ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ, ਏਜੰਸੀਆਂ ਨੇ ਸਟੋਰੀਜ਼ ਪਲਾਂਟ ਕਰਵਾਈਆਂ ਕਿ ਜੀ ਇਹ ਬਹੁਤ ਜ਼ਬਰਦਸਤ ਜਿਹੜਾ ਉਹ ਨਵੀਂ ਜਨਰੇਸ਼ਨ ਬ੍ਰੇਨ ਵਾਸ਼ ਦਿਸ ਦੈਟ। ਸੋ ਮੈਂ ਸਮਝਦਾ ਵੀ ਇਹ ਜਿਹੜੇ ਸਬ ਕੰਟਰੈਕਟਰ ਨੇ, ਡਰਟੀ ਸਬ ਕੰਟਰੈਕਟਰ, ਕਿਉਂਕਿ ਹੁੰਦਾ ਇਦਾਂ ਦਾ ਇਹੀ ਹਾਲ ਹੈ ਵੀ ਅਲਟੀਮੇਟਲੀ ਜਿਹੜੇ ਵਰਤਦੇ ਨੇ ਉਹ ਵੀ ਡੰਪ ਕਰ ਦਿੰਦੇ। ਉਹਨੂੰ ਪਤਾ ਹੁੰਦਾ ਵੀ ਜਿਨ੍ਹਾਂ ਦੇ ਚੋਂ ਆਏ ਨੇ, ਜਿਸ ਕੌਮ ਦੇ ਨੇ, ਜੇ ਉਹਨਾਂ ਦੇ ਨਾਲ ਉਹਨਾਂ ਦੇ ਨਹੀਂ ਬਣੇ ਤਾਂ ਸਾਡੇ ਕੀ ਬਣਨੇ ਨੇ। ਔਰ ਮੈਨੂੰ ਹੈਰਾਨੀ ਹੈ ਕਿ ਮਨਜੀਤ ਸਿੰਘ ਜੀਕੇ ਜਿਹਦਾ ਪਿਓ ਜਥੇਦਾਰ ਸੰਤੋਖ ਸਿੰਘ, ਏਜੰਸੀਆਂ ਨੇ ਉਹਨੂੰ ਮਾਰਿਆ ਸੀ, ਔਰ ਉਹ ਵੀ ਕਦੇ ਸਿੱਖਾਂ ਦੀ ਖੇਡ ਖੇਡ ਲੈਣ, ਜਿਵੇਂ ਇਹ ਵੀ ਕਰ ਰਿਹਾ ਕਿ ਜੀ ਭੁੱਲਰ ਨੂੰ ਮੈਂ ਲੈ ਆਇਆ, ਮੈਂ ਫਲਾਣੇ ਨੂੰ ਕਰ ਰਿਹਾ ਤੇ ਦੂਜੇ ਨੂੰ ਕਰ ਰਿਹਾ। ਇਨ ਦਾ ਐਂਡ ਆਫ ਦਾ ਡੇ ਜਿਹੜਾ ਉਹ ਇਸ ਕਿਸਮ ਦਾ ਜਿਹੜਾ ਮੁੜ ਕੇ ਏਜੰਸੀਆਂ ਨੂੰ ਵੀ ਲੱਗਦਾ ਹੁੰਦਾ ਕਿ ਵੀ ਕਿਹੜਾ ਬੰਦਾ ਜਿਹਨੂੰ ਅਸੀਂ ਪਾਲਿਆ ਇਹ ਸਾਡੇ ਹੱਥਾਂ ਚੋਂ ਨਿਕਲ ਰਿਹਾ, ਅਸੀਂ ਕੋਈ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਔਰ ਅਸੀਂ ਰਿਗਰੈਟ ਕਰਦੇ ਹਾਂ ਕੋਈ ਵੀ ਜਿਹੜਾ ਲਾਸ ਆਫ ਲਾਈਫ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਜਿਸ ਕਿਸਮ ਦੀ ਲਾਈਨ ਇਹ ਜਦੋਂ ਏਜੰਸੀਆਂ ਦੀ ਗੇਮ ਜਿਹੜੀ ਖੇਡਦੇ ਨੇ, ਇਹਨਾਂ ਦੀ ਜਿਹੜੀ ਲਾਈਨ ਹੁੰਦੀ ਹੈ ਉਹ ਫਿਰ ਬਹੁਤ ਵਾਰ ਉੱਥੇ ਕੀ ਲੈ ਜਾਂਦੀ ਹੈ, ਜੋ ਕਿ ਜਦੋਂ ਤੱਕ ਏਜੰਸੀਆਂ ਨੂੰ ਸੂਟ ਕਰਦੇ ਉਹ ਇਸਤੇਮਾਲ ਕਰਦੇ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਡੰਪ ਕਰ ਦਿੰਦੇ ਨੇ। ਪਰ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਇਸ ਕਿਸਮ ਦਾ ਜਿਹੜਾ ਗੁੰਮਰਾਹਕੁਨ ਜਿਹੜਾ ਪ੍ਰੋਪੇਗੈਂਡਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਏਗਾ। ਕਈ ਸਾਡੇ 'ਚੋਂ ਹੀ ਨਿਕਲਣਗੇ ਜਿਹੜੇ ਕੱਲ ਤੱਕ ਖਾਲਿਸਤਾਨ, ਕਈ ਮਹਿਤੇ ਚਾਵਲੇ ਨੇ ਇੱਥੇ ਵੀ ਬੈਠੇ ਹੋਏ ਨੇ, ਉੱਥੇ ਵੀ ਹੋਰ ਖੜੇ ਕਰ ਦੇਣਗੇ। ਸੋ ਮੈਂ ਸਮਝਦਾ ਵੀ ਇੰਨਾ ਕੀ ਕਾਫੀ ਅੱਜ ਦੇ ਲਈ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।